ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰਿ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ, ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ, ਬਾਣੀ ਬਿਰਲੋ ਵਿਚਾਰਸੀ। ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਸ਼੍ਰੀ ਰਾਗ ਮਹਿਲਾ ਤੀਜਾ। ਧਨ ਜਨਨੀ ਜਿਨ ਜਾਇਆ, ਧਨ ਪਿਤਾ ਪਰਧਾਨ। ਸਤਿਗੁਰ ਸੇਵ ਸੁਖ ਪਾਇਆ, ਵਿੱਚੋਂ ਗਿਆ ਗੁਮਾਨ। ਦਰ ਸੇਵਨ ਸੰਤ ਜਨ, ਖੜੇ ਪਾਇਨ ਗੁਣੀ ਨਿਧਾਨ। ਮੇਰੇ ਮਨ ਗੁਰਮੁਖ ਧਿਆਏ ਹਰਿ ਸੋਏ। ਗੁਰ ਕਾ ਸ਼ਬਦ ਮਨ ਵਸੈ, ਮਨ ਤਨ ਨਿਰਮਲ ਹੋਏ। ਰਹਾਉ ਕਰ ਕਿਰਪਾ ਕਰ ਆਇਆ, ਆਪੇ ਮਿਲਿਆ ਗੁਰ ਸ਼ਬਦੀ ਸਲਾਹੀਐ। ਰੰਗੇ ਸਹਿਜ ਸੁਭਾਏ, ਸਚੈ ਸਚ ਸਮਾਇਆ। ਮਿਲ ਰਹਿ ਨਾ ਵਿਛੁੜ ਜਾਏ, ਜੋ ਕਿਛ ਕਰਨਾ ਸੋ ਕਰ ਰਹਿਆ। ਅਵਰ ਨ ਕਰਨਾ ਜਾਏ, ਚਿਰੀ ਵਿਛੁੰਨੇ ਮੇਲਿਆਣ। ਸਤਿਗੁਰ ਪੰਨੈ ਪਾਏ, ਆਪ
आपे कार कराए सी अवर न करना जाए। मन तन रता रंग सियों हाँ मैं तज विकार। एहनस हृदय राव रहे निरपौ नाम निरंकार। नानक आप मिलाए अनम पूरे शब्द अपार। मन तन रता रंग सियों हाँ मैं तज विकार। एहनस हृदय राव रहे निरपौ नाम निरंकार। नानक आप मिलाए अनम पूरे शब्द अपार। वाहिगुरु जी का खालसा वाहिगुरु जी की फतेह। ये पावन शब्द जो श्री राग अंदर तीजे पातशाह गुरु अमरदास महाराज जी दे पवित्र मुख तो उच्चारण होया। श्री गुरु ग्रंथ साहिब पातशाह महाराज जी दे 32 अंग ते दर्ज है। सतगुरु कृपा करन उपदेश साडे हिरदियां विच वस जाए। आप जी वडभागे हो जो 8वें पातशाह गुरु हरकृष्ण साहब महाराज जी दे पवित्र अस्थान गुरुद्वारा बंगला साहब जी की यात्रा करदियां गुरु ग्रंथ साहिब पातशाह महाराज जी दे हजूर अपना जन्म सफला कर रहे हो। सतगुरु सारियां दी यात्रा सफल करन, सारियां दे परिवारां विच कारोबारां विच चढ़दी कला बख्शन। अमृत संचार हर ऐतवार 11 बजे हुंदा है। इस पावन शब्द की विचार भाई सुखविंदर सिंह जी हेड ग्रंथी गुरुद्वारा बाला साहब आप जी नूं सरवण करवाउणगे। धन श्री गुरु ग्रंथ साहब महाराज जी का पहला पावन प्रकाश गुरपुरब 28 तरीक नूं है। संपूर्णता दिवस 30 तरीक नूं है। इन्हां समयां ते सेवा करके हाजरियां भर के गुरु कियां बख्शिशां प्राप्त करनियां। गुरु घर दी सेवा दे विच गुरु के लंगरां वास्ते रसद कड़ा प्रसाद दी देग वास्ते देसी घ्यो, बाला साहब हॉस्पिटल वास्ते बैड तो लैके वेंटीलेटर तक कोई भी सेवा आप जी भेज सकते हो। इमारत की सेवा जथेदार बाबा बचन सिंह जी करवा रहे हैं। अगले समय लिए आप जी गुरबाणी विचार सरवण करो। वाहिगुरु जी का खालसा वाहिगुरु जी की फतेह।
ਸਾਹਿਬ ਜੀਓ। ਗੁਰੂ ਗਰੀਬ ਨਿਵਾਜ ਜੀਓ। ਨਾਹੂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹਿ ਨਿਰਗੁਣ ਕੇ ਦਾਤਾਰੇ। ਬੈ ਖਰੀਦ ਕਿਆ ਕਰੇ ਚਤੁਰਾਈ, ਇਹ ਜੀਉ ਪਿੰਡ ਸਭ ਥਾਰੇ। ਲਾਲ ਰੰਗੀਲੇ ਪ੍ਰੀਤਮ ਮਨ ਮੋਹਨ, ਤੇਰੇ ਦਰਸ਼ਨ ਕੋ ਹੋਂ ਬਾਰੇ। ਬੇਸ਼ੁਮਾਰ ਅਥਾਹ ਅਗਨਿਤ ਅਤੁਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੈ। ਤੂੰ ਸੁਲਤਾਨ ਕਹਾਂ ਹੂੰ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨ ਜਾਈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਧਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨ ਭਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨ ਭਰਿਆ ਰੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਹਾਰਾ ਜ਼ਹੂਰ ਸਰਬ ਕਲਾ ਭਰਪੂਰ, ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ। ਵਾਲੀਏ ਕੁਲ ਦੋ ਜਹਾਂ, ਲੋਕ ਪਰਲੋਕ ਹਲਤ ਪਲਤ ਦੇ ਸਹਾਏ। ਦੋ ਜਹਾਨਾਂ ਦੇ ਵਾਲੀ, ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ। ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਕੇ ਮਹਾਨ ਸਤ ਸੰਗੀ ਜਨੋ, ਆਪ ਜੀ ਦੇ ਵੱਡੇ ਭਾਗ ਹਨ ਕਿ ਆਪ ਜੀ ਬਾਲਾ ਪ੍ਰੀਤਮ ਅਸ਼ਟਮ ਬਲਬੀਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਹੁਣਾਂ ਦੇ ਰਾਗੀ ਜਥੇ ਪਾਸੋਂ ਆਪ ਜੀ ਨੇ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਉਸ ਤੋਂ ਉਪਰੰਤ ਗੁਰੂ ਘਰ ਦੀ ਮਰਿਆਦਾ ਦੇ ਮੁਤਾਬਕ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ, ਸਤਿਕਾਰਯੋਗ ਸਿੰਘ ਸਾਹਿਬ ਨੇ ਅੱਜ ਦਾ ਜੋ ਵਿਚਾਰ ਅਧੀਨ ਪਾਵਨ ਪਵਿੱਤਰ ਸ਼ਬਦ ਹੈ, ਉਸ ਦਾ ਮੂਲ ਪਾਠ ਆਪ ਜੀ ਨੂੰ ਸਰਵਣ ਕਰਾਇਆ ਹੈ। ਗੁਰੂ ਕੀ ਸਾਧ ਸੰਗਤ ਜੀ ਇਸੇ ਲੜੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਜੋ ਦਾਸ ਨੂੰ ਹੁਕਮ ਹੋਇਆ ਹੈ, ਅੱਜ ਦੇ ਇਸ ਸ਼ਬਦ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਮੇਰੇ ਵਿੱਚ ਕੋਈ ਪਾਇਆ ਨਹੀਂ ਕਿ ਮੈਂ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕਰ ਸਕਾਂ। ਆਪ ਸੰਗਤਾਂ ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ
ਸਿਰ ਤੇ ਰਹਿਮਤ ਭਰਿਆ ਹੱਥ ਰੱਖਣ, ਤਾਂ ਕਿ ਗੁਰਮਤਿ ਵਿਚਾਰਾਂ ਦੀ ਸਾਂਝ ਦਾਸੜਾ ਤੁਹਾਡੇ ਨਾਲ ਕਰ ਸਕੇ ਜੀ। ਅਸੀਸ ਵਜੋਂ ਗੁਰੂ ਪਿਆਰ ਵਿੱਚ ਭੇਜ ਕੇ ਬੁਲਾਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਵਿੱਚੋਂ ਪਹਿਲਾ ਰਾਗ ਹੈ ਸ੍ਰੀ ਰਾਗ, ਜਿਸ ਦੇ ਵਿੱਚ ਕਿ ਵਿਚਾਰ ਅਧੀਨ ਸ਼ਬਦ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਹੋਇਆ ਅੱਜ ਦਾ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅਤੇ ਪਵਿੱਤਰ ਅੰਕ 32 ਉੱਤੇ ਸੁਭਾਏਮਾਨ ਹੈ। ਗੁਰੂ ਸਵਾਰਿਓ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਉਹਨਾਂ ਦੀ ਬਾਣੀ 17 ਰਾਗਾਂ ਵਿੱਚ ਦਰਜ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿੱਥੇ 31 ਰਾਗਾਂ ਵਿੱਚੋਂ 17 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ, ਉੱਥੇ ਮੇਰੇ ਮਾਲਕ ਨੇ ਬਹੁਤ ਵੱਡੀ ਕਿਰਪਾ ਕੀਤੀ। 22 ਵਾਰਾਂ ਵਿੱਚੋਂ 4 ਵਾਰਾਂ ਵੀ ਉਹਨਾਂ ਦੀ ਦੇਣ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿੱਥੇ ਇਹ ਬਖਸ਼ਿਸ਼ ਕੀਤੀ, ਉੱਥੇ ਖਾਸ ਬਾਣੀ ਆਨੰਦ ਸਾਹਿਬ ਸਾਡੀ ਝੋਲੀ ਵਿੱਚ ਪਾਈ। ਔਰ ਉਹ ਬਾਣੀ ਜਿੰਨਾ ਚਿਰ ਸਿੱਖ ਨਾ ਪੜ੍ਹ ਲੈਣ, ਭਾਵੇਂ ਖੁਸ਼ੀ ਦਾ ਕਾਰਜ ਹੋਵੇ ਭਾਵੇਂ ਗਮੀ ਦਾ ਹੋਵੇ, ਉਹਨਾਂ ਚਿਰ ਉਹ ਸੰਪੂਰਨ ਨਹੀਂ ਹੁੰਦਾ। ਤੇ ਉਸ ਬਾਣੀ 'ਤੇ ਮਾਣ ਕਰਦੇ ਹਾਂ। ਅੱਜ ਸਾਰਾ ਸਿੱਖ ਜਗਤ ਇਉਂ ਮਹਿਸੂਸ ਕਰਦਾ ਹੈ ਕਿ ਮੇਰੇ ਦਾਤਾ, ਤੂੰ ਐਸੀ ਅੰਮ੍ਰਿਤਮਈ ਬਾਣੀ ਸਾਡੀ ਝੋਲੀ 'ਚ ਪਾਈ, ਜਿਸ ਨੂੰ ਪੜ੍ਹਦੇ ਹਾਂ ਸਾਨੂੰ ਗੁਰੂ ਚੇਤੇ ਆਉਂਦਾ ਹੈ, ਗੁਰੂ ਦਾ ਖਿਆਲ ਆਉਂਦਾ ਹੈ, ਗੁਰੂ ਦੀ ਸਿੱਖਿਆ ਆਉਂਦੀ ਹੈ। ਔਰ ਸਾਡਾ ਵੀ ਚਿੱਤ ਕਰਦਾ ਵੀ ਤੇਰੇ ਵਾਂਗ ਦਾਤਾ ਅਸੀਂ ਵੀ ਮਾਣ ਨਾਲ ਕਹਿ ਸਕੀਏ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਗੁਰੂ ਪਿਆਰ ਵਾਲਿਓ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਅੱਜ ਦੇ ਇਸ ਪਾਵਨ ਪਵਿੱਤਰ ਗੁਰਵਾਕ ਦੇ ਵਿੱਚ ਜੋ ਰਾਹੋ ਵਾਲਾ ਬੰਦ ਬਖਸ਼ਿਸ਼ ਕੀਤਾ ਹੈ, ਬੜਾ ਪਿਆਰਾ ਬੰਦ ਹੈ। ਸਤਿਗੁਰੂ ਜੀ ਸ਼ਬਦ ਦਾ ਜੋ ਤਤ ਭਾਵ ਇਸ ਰਾਹੋ ਵਾਲੇ ਬੰਦ ਵਿੱਚ ਬਖਸ਼ਿਸ਼ ਕਰ ਰਹੇ ਨੇ, ਗੁਰਦੇਵ ਪਾਤਸ਼ਾਹ ਮਨ ਨੂੰ ਸੰਬੋਧਨ ਕਰਕੇ ਆਖਦੇ ਨੇ। ਸਤਿਗੁਰੂ ਕਹਿਣ ਲੱਗੇ, ਮੇਰੇ ਮਨ ਗੁਰਮੁਖ ਧਿਆਏ ਹਰ ਸੋਏ, ਗੁਰ ਕਾ ਸ਼ਬਦ ਮਨ ਵਸੈ, ਮਨ ਤਨ ਨਿਰਮਲ ਹੋਏ। ਰਹਾਉ। ਪਾਤਸ਼ਾਹ ਕਹਿੰਦੇ ਨੇ, ਮੇਰੇ ਮਨ, ਹੇ ਮੇਰੇ ਮਨ, ਤੈਨੂੰ ਇੱਕ ਬੜੀ ਪਿਆਰੀ ਜੁਗਤ ਮੈਂ ਦੱਸਣ ਜਾ ਰਿਹਾ, ਤੇ ਉਸ ਪਿਆਰੀ ਜੁਗਤ ਨੂੰ ਧਿਆਨ ਨਾਲ ਸੁਣੀ। ਕਿਉਂਕਿ ਗੁਰੂ ਅਮਰਦਾਸ ਮਹਾਰਾਜ ਮਨ ਦੀ ਕਮਜ਼ੋਰੀ ਨੂੰ ਵੀ ਜਾਣਦੇ ਨੇ ਤੇ ਮਨ ਦੀਆਂ ਉਣਤਾਈਆਂ ਨੂੰ ਵੀ ਜਾਣਦੇ ਨੇ, ਮਨ ਦੀਆਂ ਕਮੀਆਂ ਨੂੰ ਵੀ ਜਾਣਦੇ ਨੇ ਤੇ ਮਨ ਵਿੱਚ ਲੱਗੀ ਹੋਈ ਮੈਲ ਨੂੰ ਵੀ ਜਾਣਦੇ ਨੇ। ਬੜੇ ਨੇੜੇ ਤੋਂ ਗੁਰੂ ਅਮਰਦਾਸ ਮਹਾਰਾਜ ਨੇ ਮਨ ਨੂੰ ਤੱਕਿਆ ਤੇ ਪਾਤਸ਼ਾਹ ਜੀ ਨੇ ਇਹ ਵੀ ਵੇਖੋ ਕਿ ਮਨ ਨੂੰ ਗੁਰਬਾਣੀ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਦੀ ਖਾਸ ਕਰਕੇ ਮੈਂ ਗੱਲ ਕਰਾਂ ਤੇ ਸਤਿਗੁਰੂ ਨੇ ਬੜੇ ਪਿਆਰ ਨਾਲ ਵੀ ਇਹਨੂੰ ਸਮਝਾਉਣ ਦਾ ਯਤਨ ਕੀਤਾ ਹੈ। ਗੁਰਦੇਵ ਪਾਤਸ਼ਾਹ ਜਿਵੇਂ ਅੱਜ ਦੇ ਸ਼ਬਦ ਵਿੱਚ ਕਹਿੰਦੇ ਨੇ, ਮੇਰੇ ਮਨ ਗੁਰਮੁਖ ਧਿਆਏ ਹਰ ਸੋਏ। ਪਾਤਸ਼ਾਹ ਕਹਿਣ ਕਿ ਮੇਰੇ ਮਨ, ਮੇਰੀ ਇੱਕ ਸਲਾਹ ਮੰਨ ਲੈ, ਜੇ ਜ਼ਿੰਦਗੀ 'ਚ ਤੂੰ ਕਾਮਯਾਬ ਹੋਣਾ, ਜੇ ਜ਼ਿੰਦਗੀ 'ਚ ਸਾਫ ਸੁਥਰਾ ਹੋਣਾ, ਆਪਣੇ ਅੰਦਰ ਦੀ ਮਲੀਨਤਾ ਨੂੰ ਖੋਣਾ ਤੇ ਤੂੰ ਹਰੀ ਨੂੰ ਧਿਆਇਆ ਕਰ, ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੀ ਸ਼ਰਨ ਪੈ ਕੇ। ਇਹ ਪਹਿਲਾ ਨੁਕਤਾ ਸਾਂਝਾ ਕੀਤਾ ਪਾਤਸ਼ਾਹ ਜੀ ਨੇ ਕਿ ਭਾਈ ਮਨਾ, ਤੂੰ ਗੁਰੂ ਦੇ ਸਨਮੁਖ ਹੋ, ਗੁਰੂ ਦੀ ਸ਼ਰਨ ਪੈ ਤੇ ਹਰੀ ਪਰਮਾਤਮਾ ਨੂੰ ਧਿਆਇਆ ਕਰ। ਤੇ ਜੇ ਮਨ ਸਵਾਲ ਖੜਾ ਕਰ ਦੇਵੇ, ਦਾਤਾ ਵੀ ਹਰੀ ਨੂੰ ਧਿਆ ਕੇ ਕੀ ਕੁਝ ਹੋਵੇਗਾ, ਜਾਂ ਮੈਂ ਕਿਹੜੇ ਹਰੀ ਨੂੰ ਧਿਆਵਾਂ, ਜਿਸ ਹਰੀ ਨੂੰ ਧਿਆ ਕੇ ਮੇਰੇ ਅੰਦਰ ਦੀ ਮਲੀਨਤਾ ਗਵਾਚ ਜਾਏ, ਜਿਸ ਹਰੀ ਨੂੰ ਧਿਆ ਕੇ
ਸਦੀਵ ਸੁਖ ਪ੍ਰਾਪਤ ਹੋਵੇ। ਤੇ ਥਾਂ ਥਾਂ ਤੇ ਕਈ ਵਾਰ ਅੱਜ ਸਾਡੇ ਵੀ ਸਵਾਲ ਹੋ ਸਕਦੇ ਨੇ। ਧਿਆਨ ਰੱਖਣਾ, ਗੁਰਬਾਣੀ ਸਤਿਗੁਰਾਂ ਦੀ ਇਸ ਤਰ੍ਹਾਂ ਦੀ ਹੈ ਜਿਸ ਤੇ ਵਾਰ-ਵਾਰ ਵਾੜੇ ਜਾਣ ਨੂੰ ਦਿਲ ਕਰਦਾ ਹੈ। ਕਿਸੇ ਵੀ ਸਾਹਿਤਕਾਰ ਦੀ ਤੁਸੀਂ ਰਚਨਾ ਪੜ੍ਹੋਗੇ ਨਾ ਤੇ ਉਹਦੇ ਵਿੱਚ ਹੋ ਸਕਦਾ ਸਵਾਲ ਕੀਤੇ ਹੋਣ ਪਰ ਸਵਾਲਾਂ ਦੇ ਜਵਾਬ ਨਾ ਦਿੱਤੇ ਹੋਣ ਜਾਂ ਸਵਾਲਾਂ ਦੇ ਜਵਾਬ ਅਧੂਰੇ ਹੋਣ। ਗੁਰਬਾਣੀ ਦੇ ਵਿੱਚ ਅਜਿਹਾ ਨਹੀਂ ਹੈ। ਗੁਰਬਾਣੀ ਦੇ ਵਿੱਚ ਆਪ ਜੀ ਸੈਂਕੜੇ ਸਵਾਲ ਪ੍ਰਾਪਤ ਕਰੋਗੇ ਪਰ ਉਹਨਾਂ ਦੇ ਆਨਸਰ ਵੀ ਕੰਪਲੀਟ ਆਨਸਰ ਤੁਹਾਨੂੰ ਗੁਰਬਾਣੀ ਵਿੱਚੋਂ ਹੀ ਪ੍ਰਾਪਤ ਹੋਣਗੇ। ਸਤਿਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਜੇ ਅੱਜ ਦਾ ਨੌਜਵਾਨ ਇਹ ਸਵਾਲ ਲੈ ਕੇ ਆਏ, ਦਾਤਾ ਤੁਸੀਂ ਕਹਿੰਦੇ ਹੋ ਹਰੀ ਨੂੰ ਧਿਆਉਣਾ ਹੈ ਪਰ ਕੀ ਪ੍ਰਾਪਤ ਹੋਏਗਾ? ਤੇ ਸਤਿਗੁਰੂ ਪਾਤਸ਼ਾਹ ਜੀ ਇੱਕ ਥਾਂ ਤੇ ਗੁਰਬਾਣੀ 'ਚ ਬੜੇ ਪਿਆਰ ਨਾਲ ਅਤੇ ਸੌਖੇ ਢੰਗ ਨਾਲ ਸਮਝਾਉਂਦੇ ਨੇ, ਭਾਈ ਤੂੰ ਉਸ ਅਬਨਾਸੀ ਨੂੰ ਧਿਆਵੇਂਗਾ ਨਾ, ਅਬਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ। ਜੇ ਤੂੰ ਉਸ ਅਬਨਾਸੀ ਨੂੰ ਧਿਆਵੇਂਗਾ ਨਾ ਤੇ ਜਿੰਨੀ ਵੀ ਜਨਮਾਂਤਰਾਂ ਦੀ ਲੱਗੀ ਹੋਈ ਮੈਲ ਹੈ ਨਾ, ਇਹ ਸਾਰੀ ਖੋਈ ਜਾਏਗੀ, ਇਹ ਸਾਰੀ ਉਤਰ ਜਾਏਗੀ। ਤੈਨੂੰ ਫਿਰ ਕੁਝ ਕਰਨ ਦੀ ਲੋੜ ਨਹੀਂ ਪਏਗੀ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਜੇ ਇਹ ਢੰਗ ਤੇਰਾ ਹੋਵੇ, ਗੁਰ ਕਾ ਸ਼ਬਦ ਮਨ ਵਸੈ, ਮਨ ਤਨ ਨਿਰਮਲ ਹੋਏ। ਜੇ ਤੂੰ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿੱਚ ਵਸਾ ਲਵੇਂ ਨਾ ਤੇ ਹੋਰ ਵੀ ਸੌਖਿਆ ਹੋ ਸਕਦਾ ਹੈ, ਤਨ ਵੀ ਪਵਿੱਤਰ ਹੋ ਜਾਏਗਾ ਤੇ ਮਨ ਵੀ ਪਵਿੱਤਰ ਹੋ ਜਾਏਗਾ। ਇਹ ਸੱਚ ਹੈ ਨਾ ਕਿ ਇਹ ਸਾਡਾ ਮਨ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ। ਇਹ ਜਨਮਾਂ ਜਨਮਾਂਤਰਾਂ ਦਾ ਇਹ ਕਾਲਾ ਹੋਇਆ ਪਿਆ, ਇਹ ਸੱਚ ਹੈ। ਪਾਤਸ਼ਾਹ ਕਹਿੰਦੇ ਨੇ ਸੈਸੈ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਪਾਤਸ਼ਾਹ ਕਹਿੰਦੇ ਨੇ ਕਿ ਇਹ ਜੀਉ ਸਾਡਾ ਮਲੀਨ ਹੋਇਆ ਪਿਆ। ਕਿਹੜੀ ਵਿਧੀ ਹੈ, ਕਿਹੜਾ ਢੰਗ ਹੈ? ਕਿਤ ਸੰਜਮ ਧੋਤਾ ਜਾਏ। ਕਿਹੜਾ ਢੰਗ ਹੈ ਉਹ ਜਿਹਦੇ ਨਾਲ ਇਹ ਧੋਤਾ ਜਾ ਸਕਦਾ ਹੈ, ਇਹਦੀ ਮਲੀਨਤਾ ਦੂਰ ਹੋ ਸਕਦੀ ਹੈ? ਪਾਤਸ਼ਾਹ ਜੀ ਫਿਰ ਨਾਲ ਹੀ ਢੰਗ ਵੀ ਦੱਸ ਦਿੰਦੇ ਨੇ, ਬਖਸ਼ਿਸ਼ ਵੀ ਕਰ ਦਿੰਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਇਸ ਸ਼ਬਦ ਨੂੰ, ਸ਼ਬਦ ਦੇ ਰਾਹੀਂ ਇਸ ਮਨ ਨੂੰ ਮਨ ਧੋਵੋ, ਸ਼ਬਦ ਲਾਗੋ, ਹਾਰਸਿਓ ਰਹੋ ਚਿੱਤ ਲਾਏ। ਨਾਲ ਹੀ ਢੰਗ ਦੱਸ ਦਿੱਤਾ। ਮੈਂ ਬੇਨਤੀ ਕੀਤੀ ਸੀ ਨਾ ਵੀ ਸਤਿਗੁਰੂ ਕੇਵਲ ਸਵਾਲ ਨਹੀਂ ਆਨਸਰ ਵੀ ਦਿੰਦੇ ਨੇ, ਨਾਲ ਹੀ ਉੱਤਰ ਦਿੰਦੇ ਨੇ। ਸਤਿਗੁਰੂ ਕਹਿਣ ਲੱਗੇ ਇਸ ਮਨ ਨੂੰ ਸ਼ਬਦ ਵਿੱਚ ਜੋੜਿਆ ਕਰੋ, ਇਸ ਮਨ ਨੂੰ ਸ਼ਬਦ ਵਿੱਚ ਲਾਇਆ ਕਰੋ। ਜਿੱਦਣ ਇਹ ਮਨ ਸ਼ਬਦ ਵਿੱਚ ਲੱਗ ਗਿਆ, ਸ਼ਬਦ ਦੀ ਸਿੱਖਿਆ ਉੱਤੇ ਤੁਰਨਾ ਸਿੱਖ ਲਿਆ, ਉਦਣ ਚੇਤੇ ਰੱਖਣਾ ਇਹ ਹਰੀ ਦੇ ਨਾਲ ਚਿੱਤ ਲੱਗ ਗਿਆ ਤੇ ਇਹਦੀ ਮਲੀਨਤਾ ਜਿਹੜੀ ਹੈ ਉਹ ਦੂਰ ਹੋ ਜਾਏਗੀ। ਉਂਝ ਭਾਵੇਂ ਤੁਸੀਂ ਲੱਖ ਯਤਨ ਕਰਨਾ ਇਸ ਮਨ ਨੂੰ ਸਾਫ਼ ਕਰਨ ਦਾ ਤੇ ਦੁਨਿਆਵੀ ਢੰਗ ਜਿੰਨੇ ਮਰਜ਼ੀ ਵਰਤ ਲਿਓ, ਇਹ ਸਾਫ਼ ਨਹੀਂ ਜੇ ਹੋਣਾ। ਕਿਉਂਕਿ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਇਹ ਨੁਕਤਾ ਸਾਡੇ ਸਾਹਮਣੇ ਲਿਆਂਦਾ। ਉਹਨਾਂ ਨੇ ਆਪਣਾ ਤਜਰਬਾ ਦੱਸਿਆ। ਉਹ ਕਹਿਣ ਲੱਗੇ ਇੱਕ ਦਿਨ ਮੈਂ ਮਾਤਾ ਕੋਲ ਬੈਠਾ ਤੇ ਚੁੱਲ੍ਹੇ ਵਿੱਚ ਰੋਟੀਆਂ ਪਕਾ ਰਹੀ ਹੈ, ਅੱਗ ਬਲ ਰਹੀ ਹੈ। ਕਹਿਣ ਲੱਗੇ ਕੋਲਾ ਮੈਂ ਬਾਹਰ ਕੱਢਿਆ ਜਿਹੜਾ ਸੂਹੇ ਰੰਗ ਦਾ, ਲਾਲ ਰੰਗ ਦਾ ਹੋਇਆ ਪਿਆ। ਜਿਉਂ ਹੀ ਕੋਲੇ ਨੂੰ ਬਾਹਰ ਕੱਢਿਆ, ਕਹਿਣ ਲੱਗੇ ਥੋੜ੍ਹੇ ਕੁ ਚਿਰ ਬਾਅਦ, ਕੁਝ ਮਿੰਟਾਂ ਬਾਅਦ ਉਹੀ ਉਹ ਕੋਲਾ ਕਾਲਾ ਹੋ ਗਿਆ। ਕਹਿੰਦੇ ਫੇਰ ਮੈਂ ਯਤਨ ਕੀਤਾ ਕਿ ਇਸ ਕਾਲੇ ਕੋਲੇ ਨੂੰ ਮੈਂ ਮੁੜ ਕੇ ਜਿਹੜਾ ਲਾਲ ਕਰ ਦੇਵਾਂ, ਇਹਦੇ ਰੰਗ ਵਿੱਚ ਕਰ ਦੇਵਾਂ। ਕਹਿਣ ਲੱਗੇ ਪਰ ਹੋਇਆ ਨਾ। ਫਿਰ ਮੇਰੇ ਮਨ ਦਾ ਫੁਰਨਾ ਸੀ ਵੀ ਚਲੋ ਸਾਬਣ ਦੀ ਵਰਤੋਂ ਕਰਾਂ, ਸਾਬਣ ਲਾ ਕੇ ਇਹਨੂੰ ਮੁੜ ਕੇ ਲਾਲ ਕਰ ਲਵਾਂ। ਕਹਿਣ ਲੱਗੇ ਸਾਬਣ ਵੀ ਲਾਇਆ, ਫਿਰ ਵੀ ਉਹ ਉਸ ਸੂਹੇ ਰੰਗ ਵਰਗਾ ਨਾ ਹੋਇਆ। ਕਹਿਣ ਲੱਗੇ ਮੁੜ ਕੇ ਫਿਰ ਮੈਂ ਉਸ ਨੂੰ ਦੁੱਧ ਵਿੱਚ ਪਾ ਦਿੱਤਾ, ਦਹੀਂ ਵਿੱਚ ਪਾ ਦਿੱਤਾ। ਫਿਰ ਉਸ ਨੂੰ ਦੁੱਧ ਵਿੱਚ ਪਾ ਕੇ, ਦਹੀਂ ਵਿੱਚ ਪਾ ਕੇ ਵੇਖਿਆ ਵੀ ਹੁਣ ਸੂਹਾ ਹੁੰਦਾ। ਕਹਿਣ ਲੱਗੇ ਫਿਰ ਨਹੀਂ ਇਹ ਲਾਲ ਹੋਇਆ, ਫਿਰ ਆਪਣੇ ਰੰਗ ਵਿੱਚ ਨਹੀਂ ਆਇਆ। ਕਹਿਣ ਲੱਗੇ ਮੈਂ ਉਸ ਨੂੰ ਚੁੱਕਿਆ, ਫਿਰ ਉਸ ਦੇ ਮੂਲ ਨਾਲ ਉਸ ਅੱਗ ਵਿੱਚ ਪਾ ਦਿੱਤਾ। ਕਹਿਣ ਲੱਗੇ ਮੇਰੇ ਵੇਖਦਿਆਂ ਵੇਖਦਿਆਂ ਦੁਬਾਰਾ ਉਹ ਕੋਲਾ ਲਾਲ ਰੰਗ ਦਾ ਹੋ ਗਿਆ, ਭੱਖ ਗਿਆ। ਕਹਿੰਦੇ ਮੈਨੂੰ ਸਮਝ ਇੱਕ ਗੱਲ ਦੀ ਆਈ ਕਿ ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ
ਖੁੰਭ ਝਾੜ ਸੀ ਰੰਗਣ ਉਸ ਨੇ, ਰੰਗ ਨਾ ਉਸ ਵਟਾਇਆ। ਵਿਛੜ ਕੇਸੀ ਕਾਲਕ ਖਾਧੀ, ਵਿਣ ਮਿਲਿਆ ਨਹੀਂ ਲੈਂਦੀ। ਅੰਗ ਅੱਗ ਦੇ ਲਾਕੇ ਦੇਖੋ ਚੜਦਾ, ਰੂਪ ਸਵਾਇਆ। ਸਤਿਗੁਰੂ ਕਹਿਣਗੇ ਮਨ ਧੋਵੋ, ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਭਾਈ ਜੇ ਤੂੰ ਇਸ ਮਨ ਨੂੰ ਸ਼ਬਦ ਦੁਆਰਾ ਧੋ ਲਏਗਾ, ਸ਼ਬਦ ਦੀ ਸਿੱਖਿਆ ਇਹਦੇ ਮਨ ਵਿੱਚ ਵਸਾ ਲਏਗਾ, ਹਰੀ ਨਾਲ ਚਿੱਤ ਲਾਵੇਂਗਾ, ਜੋ ਤੇਰਾ ਮੂਲ ਹੈ ਉਸ ਆਧਾਰ ਨਾਲ ਜੁੜ ਜਾਵੇਂਗਾ, ਤੇ ਤੈਨੂੰ ਜਿਹੜਾ ਹੈ ਆਪਣੀ ਜ਼ਿੰਦਗੀ 'ਚ ਦੁਬਾਰਾ ਰੰਗ ਚੜ ਜਾਏਗਾ। ਪਰ ਇਹ ਉੱਤਮ ਸਿੱਖਿਆ, ਇਹ ਉੱਤਮ ਗਿਆਨ ਕਿਸ ਕੋਲੋਂ ਪ੍ਰਾਪਤ ਹੁੰਦਾ ਹੈ? ਗੁਰੂ ਕੋਲੋਂ, ਗੁਰੂ ਸ਼ਬਦ ਕੋਲੋਂ। ਮੈਨੂੰ ਬੇਨਤੀ ਕਰ ਲੈਣ ਦੇਣਾ ਪਿਆਰਿਓ, ਇਹ ਜੁਗਤ ਤਾਂ ਗੁਰੂ ਨੇ ਦੱਸ ਦਿੱਤੀ, ਸਿਆਣਿਆਂ ਨੇ ਦੱਸ ਦਿੱਤੀ, ਗੁਰੂ ਸਾਹਿਬਾਨ ਨੇ ਦੱਸ ਦਿੱਤੀ, ਪਰ ਭੋਲਿਓ ਕਈ ਵਾਰ ਅਜਿਹਾ ਵੀ ਹੁੰਦਾ ਕਿ ਮਨੁੱਖ ਕੋਲ ਸਾਧਨ ਹੈਗੇ ਹੈ, ਵਰਤਦਾ ਨਹੀਂ ਹੈ। ਕਈ ਵਾਰ ਮਨੁੱਖ ਕੋਲ ਸਾਧਨ ਹੈਗੇ ਹੈ, ਵਰਤਦਾ ਨਹੀਂ। ਕਈ ਵਾਰ ਸਾਧਨ ਹੈਗੇ ਹੈ, ਵਰਤਨ ਦਾ ਢੰਗ ਨਹੀਂ ਆਉਂਦਾ। ਅੱਜ ਕੱਲ੍ਹ ਤੁਸੀਂ ਵੇਖੋ ਵੀ ਤਰ੍ਹਾਂ ਤਰ੍ਹਾਂ ਦੇ ਮਾਰਕੀਟ ਦੇ ਵਿੱਚ ਇਹੋ ਜਿਹੇ ਪ੍ਰੋਡਕਟ ਨੇ ਜਿਨ੍ਹਾਂ ਦੇ ਨਾਲ ਮਨੁੱਖ ਨੂੰ ਕਿਹਾ ਜਾਂਦਾ ਹੈ ਉਹ ਭਲਿਆ ਆਪਣੇ ਹੱਥ ਇਸ ਪ੍ਰੋਡਕਟ ਰਾਹੀਂ ਧੋ ਲੈ। ਕਈ ਵਾਰ ਅਸੀਂ ਸਾਬਣ ਦੀ ਵਰਤੋਂ ਕਰਨਾ ਜਾਣਦੇ ਹਾਂ, ਪਰ ਉਹ ਨਵੇਂ ਮਾਰਕੀਟ ਵਿੱਚ ਆਏ ਪ੍ਰੋਡਕਟ ਉਹਨਾਂ ਨੂੰ ਵਰਤਣਾ ਨਹੀਂ ਜਾਣਦੇ ਹਾਂ। ਤੇ ਜੇ ਕੋਈ ਜੁਗਤ ਦੱਸ ਦੇਵੇ ਵੀ ਆਹ ਜਿਹੜਾ ਪ੍ਰੋਡਕਟ ਹੈ ਨਾ, ਇਹ ਵੀ ਹੱਥ ਧੋਣ ਵਾਸਤੇ ਹੀ ਹੈ, ਇਹਨਾਂ ਨਾਲ ਵੀ ਤੂੰ ਸਾਫ਼ ਕਰ ਸਕਦਾ ਹੈ, ਤੇ ਮਨੁੱਖ ਉਹਨਾਂ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਕੇ ਸਾਫ਼ ਕਰ ਲੈਂਦਾ ਹੈ। ਗੁਰੂ ਪਿਆਰ ਵਾਲਿਓ, ਅੱਜ ਮਾਰਕੀਟ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਜਿਹਦੇ ਵਿੱਚ ਵਹਿਮ ਭਰਮ ਪਖੰਡ ਫੈਲਾਏ ਜਾ ਰਹੇ ਨੇ, ਜਿਹਦੇ ਵਿੱਚ ਮਨੁੱਖ ਨੂੰ ਆਖਿਆ ਜਾਂਦਾ ਹੈ ਉਹ ਤੂੰ ਆਪਣੇ ਮਨ ਦੀ ਮਲੀਨਤਾ ਸਾਫ਼ ਕਰ ਸਕਦਾ ਹੈ। ਪਰ ਚੇਤੇ ਰੱਖਣਾ, ਗੁਰੂ ਦੁਆਰੇ ਤੋਂ ਇਲਾਵਾ, ਗੁਰੂ ਦਰ ਤੋਂ ਇਲਾਵਾ ਇਹ ਕਿਤੇ ਧੋਤਿਆਂ ਅੱਛਾ ਨਹੀਂ ਹੋਏਗਾ। ਕੇਵਲ ਗੁਰੂ ਦਰ ਤੇ ਹੀ ਇਹਨੂੰ ਧੋਤਿਆਂ ਅੱਛਾ ਹੋ ਸਕਦਾ ਹੈ। ਗੁਰੂ ਕੋਲ ਹੀ ਇਹੋ ਜਿਹੀ ਜੁਗਤ ਹੈ। ਗੁਰੂ ਸਤਿਗੁਰੂ ਪਾਤਸ਼ਾਹ ਜੀ ਦੇ ਸ਼ਰਨ ਵਿੱਚ ਆ ਜਾਈਏ ਤੇ ਮੇਰੇ ਮਾਲਕ ਤੋਂ ਤਾਂ ਸੌਖਾ ਢੰਗ ਹੀ ਸਾਨੂੰ ਕੋਈ ਨਹੀਂ ਸਿਖਾਉਂਦਾ ਧੋਣ ਦਾ। ਅਸੀਂ ਰੋਜ਼ਾਨਾ ਪੜ੍ਹਦੇ ਹਾਂ ਨਾ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਜਿਸ ਢੰਗ ਨਾਲ ਗੁਰੂ ਜ਼ਿੰਦਗੀ ਨੂੰ ਧੋਣ ਦਾ ਢੰਗ ਸਿਖਾਉਂਦਾ ਹੈ ਨਾ, ਇਸ ਢੰਗ ਨਾਲ ਕੋਈ ਨਹੀਂ ਸਿਖਾਉਂਦਾ। ਮਾਫ ਕਰਨਾ, ਆ ਪਿੱਛੇ ਕਰੋਨਾ ਚੱਲਿਆ ਨਾ, ਅਸੀਂ ਪਤਾ ਨਹੀਂ ਦਿਹਾੜੀ ਵਿੱਚ 1 ਤੋਂ ਲੈ ਕੇ ਜਿਹੜਾ 20 ਵਾਰ ਹੱਥ ਧੋਂਦੇ ਆ, ਔਰ ਮੁਬਾਰਕ ਧੋਣੇ ਚਾਹੀਦੇ ਆ ਵੀ ਸਾਫ ਸੁਥਰਾ ਰੱਖਣਾ ਹੈਗਾ, ਸਰੀਰ ਨੂੰ ਸਾਫ ਸੁਥਰਾ ਰੱਖਣਾ ਹੈ, ਮਨ ਨੂੰ ਸਾਫ ਸੁਥਰਾ ਰੱਖਣਾ ਹੈ, ਮਨ ਨੂੰ ਪਵਿੱਤਰ ਰੱਖਣਾ, ਧੋਣੇ ਚਾਹੀਦੇ ਹੈ। ਪਰ ਮੈਂ ਇੱਕ ਅਰਜ਼ ਕਰਾਂ, ਚੇਤੇ ਰੱਖਣਾ, ਅੱਜ ਵੀ ਅਸੀਂ ਸੈਂਕੜੇ ਵਾਰ ਹੱਥ ਧੋਨੇ ਆ ਔਰ ਆਖਦੇ ਹਾਂ ਸਾਡੇ ਹੱਥ ਪਵਿੱਤਰ ਹੋ ਗਏ, ਅਸੀਂ ਧੋ ਲਏ। ਪਰ ਇੱਕ ਮਹਾਂਪੁਰਸ਼ ਨੇ ਵੀ ਆਪਣੇ ਹੱਥ ਧੋਤੇ, ਤੇ ਜਿਸ ਢੰਗ ਨਾਲ ਉਹਨਾਂ ਨੇ ਧੋਤੇ ਨਾ, ਰੱਬ ਨੇ ਉਹਨਾਂ ਦੇ ਹੱਥਾਂ ਨੂੰ, ਮੇਰਾ ਇਹ ਵਿਸ਼ਵਾਸ ਹੈ ਵੀ ਚੁੰਮ ਲਿਆ ਹੋਏਗਾ। ਆਪਣੀ ਸੁਰਤ ਨੂੰ ਲੈ ਕੇ ਜਾਓ ਭਗਤ ਪੂਰਨ ਸਿੰਘ ਕੋਲ। ਭਗਤ ਪੂਰਨ ਸਿੰਘ ਨੇ ਦੂਜਿਆਂ ਦੀ ਗੰਦਗੀ ਧੋ ਕੇ ਵੀ ਆਪਣੇ ਹੱਥਾਂ ਨੂੰ ਇੰਨਾ ਪਵਿੱਤਰ ਕਰ ਲਿਆ ਕਿ ਮਾਲਕ ਨੇ ਉਹਨਾਂ ਦੇ ਹੱਥਾਂ ਨੂੰ ਚੁੰਮ ਲਿਆ। ਪੂਰਨ ਸਿਆਂ, ਲੋਕ ਆਪਣਿਆਂ ਦੀ ਗੰਦਗੀ ਚੁੱਕਣ ਤੋਂ ਗੁਰੇਜ਼ ਕਰਦੇ ਆ, ਪਰ ਤੂੰ ਇਹਨਾਂ ਦੀ ਗੰਦਗੀ ਸਾਫ਼ ਕਰਕੇ, ਇਹਨਾਂ ਨੂੰ ਪਿਆਰ ਦੇ ਕੇ, ਆਪਣੇ ਸੀਨੇ ਨਾਲ ਲਾ ਕੇ, ਜੋ ਆਪਣੇ ਹੱਥ ਸਾਫ਼ ਕੀਤੇ, ਆਪਣੇ ਹੱਥ ਪਵਿੱਤਰ ਕੀਤੇ, ਮੇਰਾ ਦਿਲ ਕਰਦਾ ਤੇਰੇ ਹੱਥਾਂ ਨੂੰ ਚੁੰਮ ਲਾ। ਗੁਰੂ ਪਿਆਰ ਵਾਲਿਓ, ਚੇਤੇ ਰੱਖਣਾ, ਕਦੇ ਧੰਨ ਗੁਰੂ ਗੋਬਿੰਦ ਸਿੰਘ ਨੇ ਉਸ ਬੱਚੇ ਦੇ ਹੱਥੋਂ ਜਲ ਵਾਲਾ ਬਾਟਾ ਪ੍ਰਵਾਨ ਨਹੀਂ ਸੀ ਕੀਤਾ ਜਿਹੜਾ ਕੋਈ ਸੇਵਾ ਹੀ ਨਹੀਂ ਸੀ ਕਰਦਾ। ਗੁਰਦੇਵ ਨੇ ਕਿਹਾ, ਭਲਿਆ ਜੇ ਤੂੰ ਸੇਵਾ ਕਰੇ, ਸੇਵਾ ਕਰਕੇ ਆਪਣੇ ਹੱਥਾਂ ਨੂੰ ਪਵਿੱਤਰ ਕਰ ਲਵੇਂ। ਗੁਰੂ ਦਾ ਸ਼ਬਦ ਤਾਂ ਸਾਨੂੰ ਜੁਗਤ ਸਿਖਾਉਂਦਾ ਕਿ ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਹੇ ਪਹੁੰਚੈ ਨਾਹੀ ਮਨਸਾ,
ਸੱਚ ਸਮਾਣੀ। ਜੇ ਤੂੰ ਗੁਰੂ ਦੇ ਸ਼ਬਦ ਵਿੱਚ ਜੁੜ ਗਏ ਹੋ, ਗੁਰੂ ਦੇ ਸ਼ਬਦ ਤੋਂ ਸਿੱਖਿਆ ਲੈ ਲਈ, ਤਾਂ ਚੇਤੇ ਰੱਖ ਤੇਰਾ ਅੰਦਰ ਵੀ ਪਵਿੱਤਰ ਤੇ ਬਾਹਰ ਵੀ ਪਵਿੱਤਰ, ਤੇਰਾ ਤਨ ਵੀ ਪਵਿੱਤਰ, ਤੇਰਾ ਹਿਰਦਾ ਵੀ ਪਵਿੱਤਰ। ਕਿੱਡੇ ਕਮਾਲ ਦਾ ਸਤਿਗੁਰੂ ਸਾਡੇ ਕੋਲ ਹੈ। ਤੇ ਜਿਸ ਕੋਲ ਐਡੇ ਕਮਾਲ ਦਾ ਸਤਿਗੁਰੂ ਹੋਵੇ, ਇੰਨੇ ਖਜ਼ਾਨਿਆਂ ਦਾ, ਬਰਕਤਾਂ ਦਾ ਮਾਲਕ ਹੋਵੇ, ਫਿਰ ਸਿਆਣਿਓ ਉਹਨਾਂ ਨੂੰ ਤੇ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਾਂ ਕਾ ਠਾਕੁਰ ਉੱਚਾ ਹੋਈ, ਸੋ ਜਨ ਪਰ ਕਰ ਜਾਤ ਨ ਸੋਈ। ਜਿਹਦਾ ਠਾਕੁਰ ਐਡੀਆਂ ਬਰਕਤਾਂ ਦਾ ਮਾਲਕ ਹੋਵੇ, ਐਡੀਆਂ ਰਹਿਮਤਾਂ ਦਾ ਮਾਲਕ ਹੋਵੇ, ਉਹ ਪਰਾਏ ਬੂਹਾਂ ਤੇ ਜਾਂਦੇ ਸੌਂਪਦੇ ਨਹੀਂ। ਸਾਨੂੰ ਵੀ ਸੋਚਣਾ ਚਾਹੀਦਾ ਹੈ। ਸਾਡੇ ਕੋਲ ਐਡਾ ਪਵਿੱਤਰ ਧਰਮ ਗ੍ਰੰਥ, ਇੰਨੇ ਕਮਾਲ ਦਾ ਧਰਮ ਗ੍ਰੰਥ ਕਿ ਦੂਜੇ ਧਰਮਾਂ ਦੇ ਲੋਕ ਲਿਖ ਰਹੇ ਨੇ ਕਿ ਸਰਬੋਤਮ ਧਰਮ ਗ੍ਰੰਥ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਦੂਜੇ ਧਰਮਾਂ ਦੇ ਲੋਕ ਵਡਿਆਈ ਕਰ ਰਹੇ ਨੇ, ਅਸੀਂ ਪੜ੍ਹ ਕੇ ਹੀ ਰਾਜੀ ਨਹੀਂ, ਅਸੀਂ ਸੁਣ ਕੇ ਹੀ ਰਾਜੀ ਨਹੀਂ, ਜਦ ਕਿ ਸਾਡੀ ਜ਼ਿੰਦਗੀ ਦਾ ਮਕਸਦ ਹੀ ਹੈ, ਆਇਓ ਸੁਣਨ ਪੜ੍ਹਨ ਕੋ ਬਾਣੀ। ਅਸੀਂ ਲੱਗੇ ਕਿੱਥੇ ਪਏ ਹਾਂ? ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਸਾਡੀ ਜ਼ਿੰਦਗੀ ਦਾ ਆਧਾਰ ਹੀ ਗੁਰੂ ਦਾ ਸ਼ਬਦ ਹੈ। ਸਾਡੀ ਜ਼ਿੰਦਗੀ ਦਾ ਆਧਾਰ ਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ। ਪਿਆਰਿਓ, ਤੇ ਸਿੱਖ ਹੋਵੇ ਤੇ ਬਗਾਨੇ ਬੂਹਾਂ ਤੇ ਜਾਵੇ, ਸਿੱਖ ਹੋਵੇ ਆਪਣੇ ਸਤਿਗੁਰੂ ਦੇ ਸ਼ਬਦ ਦੇ ਖਜ਼ਾਨੇ ਨੂੰ ਛੱਡ ਕੇ ਪਾਸੇ ਚਲਾ ਜਾਏ। ਕਿੱਡੇ ਕਮਾਲ ਦਾ ਸਾਡੇ ਕੋਲ ਖਜ਼ਾਨਾ ਹੈ। ਯਾਦ ਰੱਖਣਾ, ਮਾਣ ਕਰੋਗੇ ਬਾਰ-ਬਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ, ਤੁਹਾਡਾ ਵਾਰੇ-ਵਾਰੇ ਜਾਣ ਨੂੰ ਦਿਲ ਕਰੇਗਾ ਜਿਸ ਦਿਨ ਤੁਸੀਂ ਬਾਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਰਨੀਆਂ ਸ਼ੁਰੂ ਕਰ ਦਿੱਤੀਆਂ। ਲੋਕਾਂ ਕੋਲ ਤਾਂ ਬਹੁਤ ਥੋੜਾ ਸੀ, ਮੈਂ ਨਹੀਂ ਆਖ ਰਿਹਾ ਕੁਝ ਵੀ ਨਹੀਂ ਸੀ, ਬਹੁਤ ਘੱਟ ਸੀ, ਬਹੁਤ ਘੱਟ ਸੀ। ਉਹਨਾਂ ਨੇ ਉਹਨੂੰ ਵੀ ਬਾ ਕਮਾਲ ਦੇ ਢੰਗ ਨਾਲ ਪ੍ਰਚਾਰਿਆ। ਸਾਡੇ ਕੋਲ ਤਾਂ ਇੰਨਾ ਸੀ, ਸਾਡਾ ਬਾਪੂ ਕਹਿ ਕੇ ਗਿਆ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਤੋਂ ਜਾਈ। ਅਸੀਂ ਫਿਰ ਵੀ ਸੰਕੋਚਮਾਂ ਰਹਿ ਗਏ। ਗੁਰੂ ਪਿਆਰ ਵਾਲਿਓ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਤਾਂ ਬਰਕਤਾਂ ਹੀ ਬਹੁਤ ਨੇ, ਰਹਿਮਤਾਂ ਹੀ ਬਹੁਤ ਨੇ। ਤੁਸੀਂ ਵੇਖੋ ਉਹ ਸਮਾਂ ਤੱਕੋ ਜਦੋਂ 1848-49 ਵਿੱਚ ਅੰਗਰੇਜ਼ਾਂ ਦਾ ਰਾਜ ਹੋਇਆ ਨਾ, ਤੇ ਉਹਨਾਂ ਨੇ ਆ ਕੇ ਈਸਾਈਅਤ ਦੇ ਪ੍ਰਚਾਰ ਨੂੰ ਖੁੱਲ੍ਹ ਦਿੱਤੀ। ਉਹ ਲੋਕਾਂ ਨੇ ਆਪਣਾ ਪ੍ਰਚਾਰ ਕੀਤਾ, ਆਪਣੇ ਮਿਸ਼ਨਰੀ ਜਿਹੜਾ ਧਰਤੀ ਤੇ ਉਤਾਰੇ, ਹਿੰਦੁਸਤਾਨ ਦੀ ਕੋਨੇ-ਕੋਨੇ ਤੇ ਜਾ ਕੇ ਉਹਨਾਂ ਨੇ ਪ੍ਰਚਾਰ ਕੀਤਾ। ਤੇ ਉਹਨਾਂ ਲੋਕਾਂ ਨੇ ਜਦੋਂ ਥਾਂ-ਥਾਂ ਤੇ ਜਿਹੜੇ ਆਪਣੇ ਧਰਮ ਗ੍ਰੰਥ, ਲਿਟਰੇਚਰ ਵੰਡਣਾ ਸ਼ੁਰੂ ਕੀਤਾ ਨਾ, ਉਹਨਾਂ ਨੇ ਇਹ ਨਹੀਂ ਵੇਖਿਆ ਇਹ ਸਾਡੇ ਧਰਮ ਨਾਲ ਸੰਬੰਧਿਤ ਨੇ ਕਿ ਨਹੀਂ। ਉਹਨਾਂ ਨੇ ਡੋਰਬੈਲ ਵਜਾ ਕੇ ਲਿਟਰੇਚਰ ਵੰਡਿਆ। ਔਰ ਅੱਜ ਤੱਕ ਉਹ ਲੋਕ ਲਿਟਰੇਚਰ ਵੰਡਣ ਵਿੱਚ ਨਾ ਸੰਗ ਮਹਿਸੂਸ ਕਰਦੇ, ਨਾ ਸ਼ਰਮ ਮਹਿਸੂਸ ਕਰਦੇ, ਨਾ ਕੋਈ ਉਹਨਾਂ ਨੂੰ ਇਹ ਲੱਗਦਾ ਕਿ ਵੀ ਸਾਨੂੰ ਕੌਣ ਕੀ ਆਖੇਗਾ। ਅੱਜ ਤਾਂ ਮੇਰੇ ਵਰਗਿਆਂ ਨੂੰ, ਪ੍ਰਚਾਰਕਾਂ ਨੂੰ ਇਹ ਸ਼ਰਮ ਆਉਂਦੀ ਹੈ ਵੀ ਮੈਂ ਕਿਸੇ ਦੀ ਡੋਰਬੈਲ ਵਜਾ ਕੇ ਜੇ ਲਿਟਰੇਚਰ ਵੰਡਿਆ, ਖਬਰੇ ਲੋਕ ਕੀ ਕਹਿਣਗੇ। ਅੱਜ ਅਸੀਂ ਲਿਟਰੇਚਰ ਵੰਡਣ ਤੋਂ, ਲਿਟਰੇਚਰ ਪੜ੍ਹਨ ਤੋਂ ਪਿੱਛੇ ਹਟ ਰਹੇ ਹਾਂ। ਸਾਨੂੰ ਅੱਗੇ ਵਧਣਾ ਚਾਹੀਦਾ ਹੈ। ਸਾਡੇ ਪਹਿਲੇ ਬਜ਼ੁਰਗਾਂ ਨੇ ਰੱਜ ਕੇ ਲਿਟਰੇਚਰ ਦੀ ਜਿਹੜਾ ਵੰਡਿਆ ਹੈ ਔਰ ਲਿਟਰੇਚਰ ਨੂੰ ਘਰ ਘਰ ਪਹੁੰਚਾਇਆ ਹੈ। ਅੱਜ ਅਸੀਂ ਕੁਝ ਸੀਮਿਤ ਦਾਇਰਿਆਂ ਤੱਕ ਰਹਿ ਗਏ ਹਾਂ। ਗੁਰੂ ਸਵਾਰ ਵਾਲਿਓ, ਗੁਰੂ ਪਿਆਰ ਵਾਲਿਓ, ਜਦੋਂ ਉਹਨਾਂ ਨੇ ਈਸਾਈ ਮਿਸ਼ਨੀਆਂ ਨੂੰ ਖੁੱਲ੍ਹ ਦਿੱਤੀ, ਉਹਨਾਂ ਨੇ ਆਪਣੇ ਮਿਸ਼ਨ ਦਾ ਪ੍ਰਚਾਰ ਕੀਤਾ, ਤੇ ਚੇਤੇ ਰੱਖਣਾ ਉਦੋਂ ਫਿਰ ਇੱਕ ਈਸਾਈ ਮਿਸ਼ਨਰੀ ਚੁਰਸਤੇ ਵਿੱਚ ਖੜ ਕੇ ਪ੍ਰਚਾਰ ਕਰਦਾ ਹੈ। ਉਹ ਕਹਿੰਦਾ ਹੈ ਕਿ ਮੈਂ ਧਰਮ ਗ੍ਰੰਥ ਪੜ੍ਹੇ ਨੇ ਸਨਾਤਨ ਵੀਰਾਂ ਦੇ, ਉਹਨਾਂ ਵੀਰਾਂ ਦੇ ਧਰਮ ਗ੍ਰੰਥਾਂ ਵਿੱਚ, ਅਤੇ ਮੁਸਲਮਾਨ ਵੀਰਾਂ ਦੇ ਵੀ ਧਰਮ ਗ੍ਰੰਥ ਪੜ੍ਹੇ ਨੇ। ਕਹਿਣ ਲੱਗਾ ਮੈਂ ਕੁਰਾਨ ਸ਼ਰੀਫ ਦਾ ਅਧਿਐਨ ਕੀਤਾ, ਉਹਦੇ ਵਿੱਚ ਇਹ ਗੱਲ ਲਿਖੀ ਹੈ ਕਿ ਵੀ ਜਿਹੜਾ ਬੰਦਾ ਇਸ ਧਰਤੀ ਤੇ ਗੁਨਾਹ ਕਰੇਗਾ, ਪਾਪ ਕਰੇਗਾ, ਉਹਦੇ ਕੇਵਲ 7 ਗੁਨਾਹ ਹੀ ਮਾਫ ਹੋ ਸਕਦੇ ਨੇ, 7 ਪਾਪ ਹੀ ਮਾਫ ਹੋ ਸਕਦੇ ਨੇ। ਲੋਕ ਸੁਣਦੇ ਰਹੇ, ਕਈ ਮੁਸਲਮਾਨ ਵੀਰ ਵੀ ਉੱਥੇ ਬੈਠੇ ਸੀ, ਉਹਨਾਂ ਨੇ ਵੀ ਸੁਣਿਆ। ਫਿਰ ਉਹ ਕਹਿੰਦਾ ਵੀ ਮੈਂ ਜਿਹੜਾ 4 ਵੇਦ ਵੀ ਪੜ੍ਹੇ, ਮੈਂ 27 ਸਿਮਰਤੀਆਂ ਵੀ ਪੜ੍ਹੀਆਂ, 18 ਪੁਰਾਣ ਵੀ ਪੜ੍ਹੇ, ਉਹਨਾਂ ਦੇ ਵਿੱਚੋਂ ਤੱਤ ਭਾਵ ਇਹ ਨਿਕਲ ਕੇ ਆਉਂਦਾ। ਉਹ ਕਹਿੰਦਾ ਵੀ ਕੇਵਲ ਤੋਂ ਕੇਵਲ ਉਹਨਾਂ ਲੋਕਾਂ ਦੇ ਵੀ ਇਹ ਹਾਮੀ ਭਰੀ ਹੈ, ਉਹਨਾਂ ਗ੍ਰੰਥਾਂ ਵਿੱਚੋਂ ਵੀ ਇਹ ਗੱਲ ਮਿਲਦੀ ਹੈ ਵੀ ਤੁਹਾਡੇ 17 ਪਾਪ ਮਾਫ ਕੀਤੇ ਜਾ ਸਕਦੇ ਨੇ।
ਹੁਣ ਤੁਸੀਂ ਅੰਦਾਜ਼ਾ ਲਾਓ ਵੀ 100 ਵਿੱਚੋਂ ਸਾਡਾ ਬੱਚਾ 7 ਨੰਬਰ ਲੈ ਕੇ ਆਏ, 17 ਲੈ ਕੇ ਆਏ, ਕੀ ਪਾਸ ਹੈ? ਸਾਰੇ ਹੈਰਾਨ ਹੈ ਵੀ ਅਸੀਂ ਤਾਂ ਰੱਬ ਦੀ ਹਜ਼ੂਰੀ ਵਿੱਚ ਫੇਲ ਆ, ਅਸੀਂ ਨਹੀਂ ਪਾਸ ਹੁੰਦੇ। ਫਿਰ ਉਹ ਕਹਿਣ ਲੱਗਾ ਇਸ ਬਾਈਬਲ ਉੱਤੇ ਭਰੋਸਾ ਰੱਖਣਾ, ਨਿਸ਼ਚਾ ਰੱਖਣਾ। ਕਹਿਣ ਲੱਗੇ ਤੁਹਾਨੂੰ 100% ਮੈਂ ਯਕੀਨ ਦਿਵਾਉਣਾ ਚਾਹੁੰਦਾ, ਚੇਤੇ ਰੱਖੋ ਕਿ ਤੁਸੀਂ ਜਿਹੜੇ ਗੁਨਾਹ ਕਰੋਗੇ ਨਾ, ਪਾਪ ਕਰੋਗੇ, ਹਜ਼ਰਤ ਈਸਾ ਜੀ ਤੁਹਾਡੇ 70 ਪਾਪ ਮਾਫ ਕਰ ਦੇਣਗੇ, 70% ਤੁਹਾਡੇ ਗੁਨਾਹ ਮਾਫ ਹੋ ਜਾਣਗੇ। ਹੁਣ ਲੋਕਾਂ ਦੀਆਂ ਨਿਗਾਹਾਂ ਬਦਲ ਗਈਆਂ, ਲੋਕ ਬੜੇ ਹੈਰਾਨ ਨੇ ਵੀ ਕਿੱਥੇ 7, ਕਿੱਥੇ 17 ਤੇ ਕਿੱਥੇ 70। ਤੇ ਤੁਸੀਂ ਜਾਣਦੇ ਹੋ ਅੱਜ ਦੇ ਟਾਈਮ ਵਿੱਚ ਤਾਂ ਮਨੁੱਖ ਇਹੀ ਸੋਚਦਾ ਵੀ ਵੱਧ ਤੋਂ ਵੱਧ ਪ੍ਰਾਪਤ ਹੋ ਜਾਏ। ਅੱਜ ਤਾਂ ਸਾਡੀ ਫਿਦਰਤ ਵੀ ਕਈ ਵਾਰ ਇਹ ਬਣ ਚੁੱਕੀ ਹੈ, ਮੈਨੂੰ ਮਾਫ ਕਰਿਓ, ਜੇ ਬੱਚਾ 99% ਨੰਬਰ ਲੈ ਕੇ ਆਏ ਉਹਨੂੰ ਸ਼ਾਬਾਸ਼ ਨਹੀਂ ਦਿੰਦੇ, ਉਹਦੀ ਪਿੱਠ ਨੂੰ ਨਹੀਂ ਥਪਤ ਪਾਉਂਦੇ। ਮਾਪੇ ਘੂਰੀਆਂ ਵੱਟਦੇ, ਪੁੱਤ 1 ਨੰਬਰ ਦੀ ਕਿਹੜੀ ਘਾਟ ਰਹਿ ਗਈ ਸੀ, ਤੇਰਾ ਧਿਆਨ ਕਿੱਥੇ ਚੱਲ ਗਿਆ ਸੀ। ਹਾਲਾਂਕਿ ਇਹਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ, ਸ਼ਾਬਾਸ਼ ਉਹਨਾਂ ਨੂੰ ਵੀ ਦੇਣੀ ਚਾਹੀਦੀ ਹੈ ਜਿਹੜੇ ਘੱਟ ਨੰਬਰ ਲੈ ਕੇ ਪਾਸ ਹੋਏ, ਮਿਹਨਤਾਂ ਕੀਤੀ ਨਾ ਉਹਨਾਂ ਨੇ। ਕਹਿਣ ਲੱਗੇ ਲੋਕਾਂ ਦੀਆਂ ਨਿਗਾਹਾਂ ਬਦਲ ਗਈਆਂ ਵੀ ਕਿੱਥੇ 7, ਕਿੱਥੇ 17 ਤੇ ਕਿੱਥੇ 70। ਹੁਣ ਇਹ ਸੱਜਣ ਇਹ ਕਹਿਣ ਲੱਗਾ ਜੀ ਤੁਹਾਡੇ ਵਿੱਚੋਂ ਕੋਈ ਕੁਝ ਕਹਿਣਾ ਚਾਹੁੰਦਾ ਹੈ, ਕਿਉਂਕਿ ਉਹਨਾਂ ਦੇ ਪ੍ਰਚਾਰ ਦਾ ਢੰਗ ਹੈ ਵੀ ਉਹਨਾਂ ਦੀ ਗੱਲ ਲੋਕਾਂ ਤੋਂ ਕਹਾਣੀ, ਕੋਈ ਤੇ ਕਹੇਗਾ ਵਾਹ ਕਮਾਲ ਦਾ ਧਰਮ ਹੈ, ਕੋਈ ਤੇ ਆਖੇਗਾ ਵਾਹ 70% ਮਾਫ ਹੋ ਰਹੇ ਨੇ। ਆਖਰਕਾਰ ਕੋਈ ਬੰਦਾ ਅੱਗੇ ਨਾ ਆਇਆ। ਇੱਕ ਬੱਚਾ ਜਿਹੜਾ 5ਵੀਂ 'ਚ ਪੜ੍ਹਦਾ ਹੈ, ਜਿਹਦੇ ਸਿਰ ਤੇ ਜੂੜਾ ਹੈ, ਉਹ ਕਹਿਣ ਲੱਗਾ ਜੀ ਮੈਂ ਕੁਝ ਕਹਿਣਾ ਚਾਹੁੰਦਾ ਹੈ। ਹੁਣ ਇਹ ਬੜਾ ਖੁਸ਼ ਹੈ, ਮਨ ਹੀ ਮਨ ਵਿੱਚ ਇੰਨੇ ਸੈਂਕੜੇ ਗੱਲਾਂ ਸੋਚ ਲਈਆਂ। ਇਹ ਕਹਿਣ ਲੱਗਾ ਵਾਹ ਸੱਜਣਾ ਕਮਾਲ ਹੋ ਗਿਆ, ਮੈਨੂੰ 7 ਵਾਲਿਆਂ ਤੋਂ ਉਮੀਦ ਸੀ, ਮੈਨੂੰ 17 ਵਾਲਿਆਂ ਤੋਂ ਉਮੀਦ ਸੀ, ਮੈਨੂੰ 70 ਵਾਲਿਆਂ ਤੋਂ ਉਮੀਦ ਸੀ, ਮੈਨੂੰ ਤੇਰੇ ਤੋਂ ਉਮੀਦ ਨਹੀਂ ਸੀ। ਕਿਉਂਕਿ ਤੇਰੀ ਕੌਮ ਦੀ ਦਾਤ ਐਡੀ ਵੱਡੀ ਹੈ, ਤੇਰੀ ਕੌਮ ਤੇ ਇੰਨੀ ਵੱਡੀ ਬਖਸ਼ਿਸ਼ ਹੈ ਕਿ ਜਿਸ ਕੌਮ ਦੇ ਬੱਚਿਆਂ ਨੇ ਟੋਟੇ ਕਰਾ ਕੇ ਆਪਣੇ ਮਾਵਾਂ ਦੇ ਗਲਿਆਂ ਦੇ ਹਾਰ ਬਣ ਗਏ, ਜਿਸ ਕੌਮ ਦੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ, ਜਿਸ ਕੌਮ ਦੇ ਬੱਚਿਆਂ ਨੇ ਆਪਣੀਆਂ ਖੋਪੜੀਆਂ ਉਤਰਵਾ ਲਈਆਂ, ਜਿਸ ਕੌਮ ਦੇ ਬੱਚੇ ਦਿੱਲੀ ਦੇ ਵਿੱਚ ਸ਼ਹੀਦ ਹੋ ਗਏ, ਉਹ ਕਹਿੰਦੇ ਸੀ ਮੇਰੀ ਮਾਂ ਝੂਠ ਬੋਲਦੀ ਹੈ ਪਰ ਮੈਂ ਗੁਰੂ ਜੀ ਦਾ ਸੱਚਾ ਸਿੱਖ ਹਾਂ। ਸੱਜਣਾ ਤੇਰੇ ਤੋਂ ਉਮੀਦ ਨਹੀਂ ਸੀ, ਪਰ ਵਾਹ ਜੇ ਤੂੰ ਆ ਕੇ 2 ਬੋਲ ਆਖੇ ਤੇ ਮੈਂ ਅੱਜ ਮਾਣ ਨਾਲ ਕਵਾਂਗਾ ਜਿਹੜੀ ਕੌਮ ਦਾ ਬੰਦਾ ਲੋਭ ਅਤੇ ਲਾਲਚ ਵਿੱਚ ਨਹੀਂ ਸੀ ਡੋਲਦਾ, ਮੈਂ ਇਸ ਕੌਮ ਦੇ ਬੱਚੇ ਨੂੰ ਅੱਜ ਕਨਵਰਟ ਕਰ ਦਿੱਤਾ ਹੈ। ਪਰ ਇਹ ਕੀ ਪਤਾ ਸੀ ਉਸ ਨੂੰ ਕਿ ਉਹ ਬੱਚਾ ਕੌਣ ਹੈ ਤੇ ਕੀ ਆਖੇਗਾ। ਉਹ ਬੱਚਾ ਸਾਹਮਣੇ ਆਇਆ ਤੇ ਉਹ ਬੱਚਾ ਕਹਿਣ ਲੱਗਾ ਜੀ ਮੈਨੂੰ ਕੁਝ ਸਮਾਂ ਚਾਹੀਦਾ ਹੈ, ਮੈਂ ਬੇਨਤੀ ਕਰਨਾ ਚਾਹੁੰਦਾ। ਉਹ ਬੱਚਾ ਆਣ ਕੇ ਕਹਿਣ ਲੱਗੇ ਸੱਜਣਾ ਮੈਂ ਨਹੀਂ ਪੜ੍ਹੀ ਕੁਰਾਨ ਸ਼ਰੀਫ ਨੇ, ਮੈਂ ਨਹੀਂ ਪੜ੍ਹੀ ਅੰਜੀਲ, ਮੈਂ ਨਹੀਂ ਪੜ੍ਹੀ ਤੋਰੇਤ, ਮੈਂ ਨਹੀਂ ਪੜ੍ਹਿਆ ਤੰਬੂਰ, ਮੈਂ ਨਹੀਂ ਪੜ੍ਹੇ ਵੇਦ 4, ਮੈਂ ਨਹੀਂ ਪੜ੍ਹੀਆਂ ਸਿਮਰਤੀਆਂ, ਮੈਂ ਨਹੀਂ ਪੜ੍ਹੇ ਸ਼ਾਸਤਰ 6, ਮੈਂ ਨਹੀਂ ਪੜ੍ਹੇ ਪੁਰਾਣ। ਮੇਰਾ ਬਾਬਾ ਜਦੋਂ ਸੂਰਜ ਢਲਦਾ ਹੈ ਸ਼ਾਮ ਨੂੰ ਮੇਰੀ ਉਂਗਲ ਫੜ ਕੇ ਗੁਰੂ ਘਰ ਲੈ ਕੇ ਜਾਂਦਾ ਹੈ, ਅਸੀਂ ਰਹਿ ਰਾਸ ਇਕੱਠੇ ਕਰਦੇ ਹਾਂ। ਬਾਬਾ ਮੇਰਾ ਅਰਦਾਸ ਕਰਦਾ ਹੈ, ਮੈਂ ਚੌਰ ਸਾਹਿਬ ਕਰਦਾ ਹੈ। ਜਦੋਂ ਸਤਿਗੁਰੂ ਦੀਆਂ ਪਰਿਕਰਮਾ ਕਰਕੇ ਮੇਰਾ ਬਾਪੂ ਮੇਰਾ ਬਾਬਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦਾ ਹੈ, ਉਦੋਂ ਇੱਕ ਗੱਲ ਮੈਂ ਆਪਣੇ ਬਾਪੂ ਨੂੰ ਰੋਜ਼ਾਨਾ ਪੜ੍ਹਦਾ ਸੁਣਦਾ। ਇੱਕ ਗੱਲ ਮੇਰਾ ਬਾਪੂ ਕਹਿੰਦਾ ਹੈ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਭਰਿਆ ਰੇ। ਸੱਜਣਾ ਤੂੰ ਇੱਥੇ ਲੋਕਾਂ ਨੂੰ ਲੁਭਾਉਣੇ ਵਾਅਦੇ ਕਰਦਾ 7 17 70 ਦੇ, ਇੱਥੇ ਤਾਂ ਕਰੋੜਾਂ ਪਾਪੀਆਂ ਨੂੰ ਵੀ ਤਾਰਨ ਦੀ ਸਮਰੱਥਾ ਸਾਡੇ ਸਤਿਗੁਰੂ ਦੀ ਬਾਣੀ ਰੱਖਦੀ ਹੈ। ਤੁਹਾਨੂੰ ਪਤਾ ਕੌਣ ਸੀ ਉਹ ਬੱਚਾ? ਸਿੱਖ ਧਰਮ ਦੇ ਮਹਾਨ ਸਾਹਿਤਕਾਰ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ।
ਉਹ ਆਪਣਾ ਬੋਰੀਆਂ ਬਿਸਤਰਾ ਇਕੱਠਾ ਕਰਦਾ ਹੈ, ਤੁਰ ਪਿਆ। ਗੁਰੂ ਪਿਆਰ ਵਾਲਿਓ, ਅਸੀਂ ਤਾਂ ਕੇਵਲ ਹਜੇ ਤੱਕ ਕੀਮਤੀ ਰੁਮਾਲੇ ਤੇ ਵਸਤਰ ਪਾਉਣ ਤੱਕ ਹੀ ਸੀਮਿਤ ਰਹਿ ਗਏ। ਅਸੀਂ ਧੂਪ ਬੱਤੀਆਂ ਅਗਰਬੱਤੀਆਂ ਦੇਣ ਤੱਕ ਸੀਮਿਤ ਰਹਿ ਗਏ। ਅਸੀਂ ਆਪਣਾ ਖਜ਼ਾਨਾ ਹਜੇ ਤੱਕ ਲੋਕਾਂ ਨੂੰ ਦੱਸਿਆ ਹੀ ਨਹੀਂ। ਸਾਡਾ ਪਿਓ ਸਾਨੂੰ ਕਿੱਡਾ ਕੀਮਤੀ ਖਜ਼ਾਨਾ ਦੇ ਕੇ ਗਿਆ। ਸਾਡੇ ਕੋਲ ਤਾਂ ਐਡਾ ਕੀਮਤੀ ਖਜ਼ਾਨਾ ਹੈ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਅਵਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਸਾਡੀ ਕੌਮ ਵਿੱਚ ਤਾਂ ਕਮਾਲ ਦੇ ਬੱਚੇ ਹੋਏ ਨੇ। ਇੱਕ ਮਿਸ਼ਨਰੀ ਵੀਰ ਕਿਸੇ ਸਕੂਲ ਵਿੱਚ ਗਿਆ, ਉਹਨੇ ਪ੍ਰਿੰਸੀਪਲ ਨਾਲ ਗੱਲ ਕੀਤੀ ਵੀ ਅੱਜ ਮੈਂ ਗੈਸਟ ਲੈਕਚਰਰ ਵਜੋਂ ਆਇਆ ਤੇ ਮੈਨੂੰ ਇੱਕ ਟਾਈਮ ਦਿੱਤਾ ਜਾਏ। 12ਵੀਂ ਕਲਾਸ ਵਿੱਚ ਉਹਨੂੰ ਟਾਈਮ ਦਿੱਤਾ ਗਿਆ। 12ਵੀਂ ਕਲਾਸ ਵਿੱਚ ਜਾ ਕੇ ਉਹਨੇ ਆਪਣਾ ਇੰਟਰੋਡਕਸ਼ਨ ਕਰਾਇਆ। ਇੰਟਰੋਡਕਸ਼ਨ ਕਰਾਉਣ ਤੋਂ ਬਾਅਦ ਉਹ ਬੱਚਿਆਂ ਨੂੰ ਪੁੱਛਦਾ ਵੀ ਤੁਸੀਂ ਕੀ ਬਣੋਗੇ। ਕੋਈ ਬੱਚਾ ਕੁਝ ਆਖਦਾ ਹੈ, ਕੋਈ ਕੁਝ ਆਖਦਾ ਹੈ। ਕਿਸੇ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਵੀ ਮੈਂ ਡਾਕਟਰ ਬਣਾਂਗਾ, ਕਿਸੇ ਨੇ ਆਖਿਆ ਵੀ ਮੈਂ ਪੁਲਿਸ ਵਿੱਚ ਭਰਤੀ ਬਣਾਂਗਾ, ਕਿਸੇ ਨੇ ਆਖਿਆ ਮੈਂ IAS ਆਫੀਸਰ ਬਣਾਂਗਾ, ਕਿਸੇ ਨੇ ਕੁਝ ਆਖਿਆ। ਇੱਕ ਬੱਚਾ ਕਹਿੰਦਾ ਮੇਰੀ ਦਿਲ ਦੀ ਇੱਛਾ ਹੈ ਵੀ ਮੈਂ ਉੱਚ ਵਿੱਦਿਆ ਵਾਸਤੇ ਵਿਦੇਸ਼ ਜਾ ਕੇ ਪੜ੍ਹਾਂ। ਇਸ ਨੇ ਉਹਨੂੰ ਆਪਣਾ ਵਿਜ਼ਿਟਿੰਗ ਕਾਰਡ ਦੇ ਦਿੱਤਾ। ਕਿਉਂਕਿ ਬੱਚੇ ਦੀ ਡਰੈਸ ਤੋਂ ਇਉਂ ਲੱਗਦਾ ਵੀ ਬੱਚਾ ਗਰੀਬ ਪਰਿਵਾਰ ਦਾ ਹੈ। ਇਹਨੇ ਕਾਰਡ ਦਿੱਤਾ। ਉਹ ਕਹਿਣ ਲੱਗੇ ਜੀ ਮੈਂ ਕਾਰਡ ਦਾ ਤੁਹਾਡੇ ਦਾ ਕੀ ਕਰਨਾ ਹੈ। ਇਹ ਕਹਿਣ ਲੱਗਾ ਬੇਟਾ ਕੋਈ ਪਤਾ ਨਹੀਂ, ਕਦੇ ਵਕਤ ਬਣ ਜਾਂਦਾ ਹੈ, ਕੰਮ ਆ ਜਾਂਦਾ ਹੈ। ਵਿਦੇਸ਼ ਵਿੱਚ ਮੇਰਾ ਵੀ ਘਰ ਹੈ, ਮੈਂ ਵੀ ਵਿਦੇਸ਼ੋਂ ਇੱਥੇ ਆਇਆ ਪ੍ਰਚਾਰ ਕਰਨ ਵਾਸਤੇ। ਕਹਿਣ ਲੱਗਾ ਕੋਈ ਪਤਾ ਨਹੀਂ, ਵਕਤ ਬਣ ਜਾਂਦਾ, ਕਦੇ ਲੋੜ ਪਵੇ ਤਾਂ ਆ ਮੇਰਾ ਵਿਜ਼ਿਟਿੰਗ ਕਾਰਡ ਹੈ, ਤੂੰ ਮੈਨੂੰ ਫੋਨ ਕਰ ਲਈ, ਮੈਂ ਤੇਰੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਬੱਚੇ ਨੇ ਰੱਖ ਲਿਆ। 12ਵੀਂ ਪਾਸ ਕੀਤੀ। ਇੱਕ ਦਿਨ ਆਪਣੇ ਸਕੂਲ ਦਾ ਬੈਗ ਲਿਆ, ਮਾਂ ਨੇ 2 ਪਰੌਂਠੇ ਕੱਢੇ ਤੇ ਪਰੌਂਠੇ ਪਾਏ ਨੇ, ਬੈਗ ਦੇ ਵਿੱਚ ਤੁਰਿਆ ਜਾ ਰਿਹਾ। ਇਹ ਲੱਭਦਾ ਪਿਆ ਭਈ ਕੋਈ ਇਹੋ ਜਿਹਾ ਟਿਕਾਣਾ ਲੱਭ ਜਾਏ ਜਿਸ ਕਰਕੇ ਜਾਂ ਤਾਂ ਮੈਨੂੰ ਕਾਲਜ ਮਿਲ ਜਾਏ, ਯੂਨੀਵਰਸਿਟੀ ਮਿਲ ਜਾਏ, ਜਾਂ ਕੋਈ ਸੰਗੀ ਸਾਥੀ ਮਿਲ ਜਾਏ ਜਿਸ ਕਰਕੇ ਮੈਂ ਵਿਦੇਸ਼ ਚੱਲ ਜਾਵਾਂ। ਅੱਜ ਇਹ ਪਾਰਕ ਵਿੱਚ ਬੈਠਾ ਹੋਇਆ ਆਪਣੇ ਬੈਗ ਨੂੰ ਚੈੱਕ ਕਰਦਾ ਪਿਆ। ਉਹਦੇ ਵਿੱਚ ਵਿਜ਼ਿਟਿੰਗ ਕਾਰਡ ਪਿਆ। ਵਿਜ਼ਿਟਿੰਗ ਕਾਰਡ ਉਸੇ ਸੱਜਣ ਦਾ ਹੈ ਜਿਹੜਾ ਕਦੇ ਇਹਦੀ ਕਲਾਸ ਵਿੱਚ ਆਇਆ ਸੀ। ਇਹਨੇ ਫੋਨ ਲਾਇਆ ਹੈ। ਉਹਨੇ ਕਿਹਾ ਹਾਂ ਪੁੱਤ ਮੈਂ ਤੈਨੂੰ ਪਹਿਚਾਣਦਾ। ਕਹਿਣ ਲੱਗਾ ਮੈਂ ਫਲਾਣੇ ਸਕੂਲ ਦਾ ਵਿਦਿਆਰਥੀ ਹਾਂ, ਤੁਸੀਂ ਮੈਨੂੰ ਵਿਜ਼ਿਟਿੰਗ ਕਾਰਡ ਦਿੱਤਾ ਸੀ, ਮੇਰੀ 12ਵੀਂ ਹੋ ਗਈ, ਮੈਂ ਵਿਦੇਸ਼ ਜਾਣਾ ਚਾਹੁੰਦਾ। ਇਹ ਕਹਿਣ ਲੱਗਾ ਕੋਈ ਨਹੀਂ ਪੁੱਤ ਤੂੰ ਮੇਰੇ ਘਰ ਆ ਜਾ, ਮੈਂ ਫਲਾਣੇ ਕਮਰੇ 'ਚ ਠਹਿਰਿਆ ਹੋਇਆ। ਇਹ ਉਹਦੇ ਘਰ ਜਾਂਦਾ ਤੇ ਇਹ ਸੱਜਣ ਹਜੇ ਤਿਆਰ ਹੋ ਰਿਹਾ ਹੈ। ਹਜੇ ਤਿਆਰ ਹੋਣ 'ਚ ਵਕਤ ਹੈ। ਜਦੋਂ ਇਹ ਬੱਚਾ ਉਹਦੇ ਡਰਾਇੰਗ ਰੂਮ 'ਚ ਬੈਠਾ ਹੈ, ਇਹਨੂੰ ਭੁੱਖ ਲੱਗੀ ਹੈ। ਮਾਂ ਦੀਆਂ ਰੋਟੀਆਂ ਚੇਤੇ ਆਈਆਂ। ਅੱਜ ਇਹਨੇ ਪਰੌਂਠਾ ਕੱਢਿਆ ਤੇ ਖਾਣਾ ਹੀ ਸ਼ੁਰੂ ਕੀਤਾ ਸੀ। ਇੱਕਦਮ ਉਸ ਸੱਜਣ ਦਾ ਕੁੱਤਾ ਕੋਲ ਬੈਠਾ ਹੈ। ਉਹਦਾ ਕੁੱਤਾ ਕੋਲ ਆ ਕੇ ਬੈਠੇ, ਕਦੇ ਬੱਚੇ ਦੇ ਪੈਰਾਂ ਨੂੰ ਚੱਟਦਾ ਹੈ, ਕਦੇ ਉਹ ਹਲੀਮੀ ਦੇਖਦਾ ਹੈ, ਕਦੇ ਪੂੰਛ ਲਾਂਦਾ ਹੈ। ਕਹਿਣ ਲੱਗੇ ਇਹਨੇ ਵੇਖਿਆ ਵੀ ਸ਼ਾਇਦ ਇਹ ਪ੍ਰਸ਼ਾਦਾ ਮੰਗਦਾ ਹੈ, ਮੈਂ ਕਿਉਂ ਨਾ ਇਸ ਨੂੰ ਪਾ ਦੇਵਾਂ। ਉਸ ਬੱਚੇ ਨੇ ਆਪਣੀ ਰੋਟੀ ਵਿੱਚੋਂ ਕੁਝ ਹਿੱਸਾ ਉਸ ਕੁੱਤੇ ਨੂੰ ਪਾਇਆ, ਪਰ ਉਸ ਕੁੱਤੇ ਨੇ ਖਾਧਾ ਨਹੀਂ। 5 ਮਿੰਟ ਨਿਕਲ ਗਏ। ਉਹ ਸੱਜਣ ਈਸਾਈ ਮਿਸ਼ਨਰੀ ਅੰਦਰੋਂ ਆਇਆ। ਉਹ ਬੜੇ ਪਿਆਰ ਨਾਲ ਮਿਲਿਆ, ਜੱਫੀ ਪਾ ਕੇ ਮਿਲਿਆ। ਕਹਿਣ ਲੱਗਾ ਬੇਟਾ ਚੰਗਾ ਕੀਤਾ ਤੂੰ ਆ ਗਿਆ, ਮੈਂ ਤੈਨੂੰ ਕਾਰਡ ਦੇ ਕੇ ਆਇਆ ਸੀ, ਦੱਸ ਕੀ ਪਰੇਸ਼ਾਨੀ ਹੈ। ਉਹ ਕਹਿਣ ਲੱਗਾ ਜੀ ਪਰੇਸ਼ਾਨੀ ਮੈਂ ਬਾਅਦ ਵਿੱਚ ਦੱਸਾਂਗਾ, ਪਹਿਲਾਂ ਮੈਨੂੰ ਇੱਕ ਗੱਲ ਦੱਸੋ, ਆ ਜਿਹੜਾ ਤੁਹਾਡਾ ਕੁੱਤਾ ਹੈ ਇਹ ਨਾਲੇ ਤਾਂ ਮੇਰੇ ਪੈਰ ਚੱਟੀ ਜਾਂਦਾ ਸੀ, ਨਾਲੇ ਇਹ ਪੂੰਛ ਲਾਈ ਜਾਂਦਾ ਸੀ, ਮੈਨੂੰ ਇਉਂ ਪ੍ਰਤੀਤ ਹੋਇਆ ਇਹ ਭੁੱਖਾ ਹੈ। ਮੈਂ ਆਪਣਾ ਪਰੌਠਾ ਨਿਬੇੜ ਚੁੱਕਿਆ, ਇਹਨੂੰ ਮੈਂ ਗਰਾਹੀ ਪਾਈ, ਇਹਨੇ ਰੋਟੀ ਖਾਧੀ ਨਹੀਂ। ਉਹ ਕਹਿਣ ਲੱਗਾ ਇਹ ਬੇਗਾਨੀਆਂ ਰੋਟੀਆਂ ਨਹੀਂ ਖਾਂਦਾ, ਇਹ ਬੇਗਾਨੇ ਪਰੌਠੇ ਨਹੀਂ ਖਾਂਦਾ, ਇਹ ਆਪਣਿਆਂ ਦੇ ਖਾਂਦਾ ਹੈ। ਉਹਨੇ ਆਪਣੇ ਬੱਚੇ ਨੇ ਉਸੇ ਵੇਲੇ ਟਿਫਨ ਪੈਕ ਕੀਤਾ, ਬੈਗ ਪੈਕ ਕੀਤਾ। ਕਹਿਣ ਲੱਗਾ ਜੀ ਮੈਂ ਚੱਲਿਆ। ਉਹ ਕਹਿਣ ਲੱਗਾ ਪੁੱਤ ਤੂੰ ਤੇ ਵਕਤ ਮੰਗ ਕੇ ਆਇਆ ਸੀ, ਸਮਾਂ ਮੰਗ ਕੇ ਆਇਆ ਸੀ, ਤੂੰ ਹੁਣ ਕਿੱਥੇ ਚੱਲਿਆ। ਕਹਿਣ ਲੱਗਾ ਜੀ ਬਸ ਮੈਨੂੰ ਪਤਾ ਲੱਗ ਗਿਆ, ਮੈਂ ਵੀ ਬਗਾਨੇ ਬੂਹਾਂ ਤੇ ਆਇਆ ਸੀ। ਜੇ ਮੇਰੀ ਕੌਮ ਵਿੱਚ ਦਮ ਹੋਏਗਾ, ਆਪਣੀ ਕੌਮ ਦੇ ਬੱਚਿਆਂ ਨੂੰ ਸੰਭਾਲ ਲੈਣਗੇ ਤੇ ਉਹ ਆਪਣੀ ਕੌਮ ਦੇ ਬੱਚਿਆਂ ਨੂੰ ਸਾਂਭ ਲੈਣਗੇ। ਮੈਂ ਗੁਰੂ ਰਾਮਦਾਸ ਦੇ ਦਰ ਤੇ ਚੱਲਿਆ, ਉਸ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਅਰਦਾਸ ਕਰਨ ਚੱਲਿਆ, ਦਾਤਾ
ਕਦੇ ਤੂੰ ਮਦਿਆਲਿਆਂ ਤੋਂ ਬਾਹਰ, ਮੰਦਰਸਿਆਂ ਤੋਂ ਬਾਹਰ ਘੁੰਗਣੀਆਂ ਵੇਚਦਾ ਸੀ ਦਾਤਾ। ਜਦੋਂ ਤੇਰੇ ਉੱਤੇ ਕਿਰਪਾ ਹੋਈ, ਤੂੰ ਐਡੀ ਰਹਿਮਤ ਵਰਤਾਈ, ਤੂੰ ਕਲਮ ਚੁੱਕੀ, ਤੂੰ ਕਲਮ ਦਾ ਇੰਨਾ ਧਨੀ, ਤੂੰ 30 ਰਾਗਾਂ ਵਿੱਚ ਬਾਣੀ ਉਚਾਰਨ ਕਰ ਦਿੱਤੀ ਦਾਤਾ। ਜੇ ਤੇਰੇ ਉੱਤੇ ਬਖਸ਼ਿਸ਼ ਹੋ ਸਕਦੀ ਹੈ, ਤੇਰਾ ਇਹ ਬੱਚਾ ਵੀ ਉੱਚ ਵਿਦਿਆ ਵਾਸਤੇ ਵਿਦੇਸ਼ ਜਾ ਸਕਦਾ। ਪਰ ਮੈਨੂੰ ਕਬੀਰ ਬਾਰ ਪਰਾਇਆ ਬੈਸਣਾ, ਸਾਈਂ ਮੁਝੈਨਾ ਦੇ। ਜੇ ਤੂੰ ਐਵੇਂ ਰਖਸੀ ਜਿਉ ਸਰੀਰਾਂ ਲੈ, ਕਹਿਣਗੇ ਫਿਰ ਮੈਨੂੰ ਪਰਾਏ ਬੂਹਾਂ ਤੇ ਜਾਣ ਦੀ ਆਦਤ ਨਹੀਂ। ਉਹ ਬੱਚਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਹੈ। ਗੁਰੂ ਪਿਆਰ ਵਾਲਿਓ, ਵਿਸ਼ਵਾਸ ਤੇ ਯਕੀਨ ਜਾਣਨਾ, ਉਹ ਬੱਚਾ ਵਿਦੇਸ਼ ਪੜ੍ਹਨ ਵਾਸਤੇ, ਉੱਚ ਵਿਦਿਆ ਵਾਸਤੇ ਜਾਂਦਾ। ਗੁਰੂ ਰਾਮਦਾਸ ਮਹਾਰਾਜ ਉਹਦੀ ਅਰਦਾਸ ਨੂੰ ਭਾਗ ਲਾਉਂਦੇ ਨੇ। ਇਹ ਸ਼ਬਦ ਦਾ ਖਜ਼ਾਨਾ ਸਾਡੇ ਕੋਲ ਹੈ, ਸਾਡੇ ਕੋਲ ਗੁਰੂ ਦਾ ਖਜ਼ਾਨਾ ਸਾਡੇ ਕੋਲ ਹੈ। ਅਸੀਂ ਬਗਾਨਿਆਂ ਤੇ ਅੱਜ ਤੇ ਹਾਲਾਤ ਇਹ ਬਣ ਗਏ ਵੀ ਤੁਸੀਂ ਵੇਖੋ, ਸ਼ਰਮ ਆਉਂਦੀ ਹੈ ਕਹਿੰਦੇ ਆ ਕਿ ਅਸੀਂ 1000 ਰੁਪਏ ਦੇ ਲਾਲਚ ਵਿੱਚ ਸਿੱਖੀ ਛੱਡ ਰਹੇ ਹਾਂ, 4000 ਰੁਪਏ ਮਹੀਨੇ ਦੇ ਲਾਲਚ ਵਿੱਚ ਸਿੱਖੀ ਛੱਡ ਰਹੇ ਹਾਂ। ਕੀ ਹੋ ਗਿਆ ਸਾਨੂੰ? ਜਿੱਥੇ ਕਰੋੜਾਂ ਰੁਪਈਆ ਕੋਈ ਰੱਖ ਦਿੰਦਾ ਸੀ ਤੇ ਸਿੱਖ ਜਿਹੜਾ ਉਹ ਸਿੱਖੀ ਨਹੀਂ ਸੀ ਛੱਡਦਾ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਗਏ ਲੋਕਾਂ ਨੇ, 10 ਰੁਪਏ, 50 ਰੁਪਏ, 80 ਰੁਪਏ। ਸਿੱਖਾਂ ਦਾ ਪੱਤਾ ਪੱਤਾ ਵੈਰੀ ਹੋ ਗਿਆ, ਤਾਂ ਵੀ ਸਿੱਖੀ ਨਹੀਂ ਛੱਡੀ। ਅੱਜ ਅਸੀਂ ਕਿਹੜੇ ਰਸਤੇ ਪੈ ਗਏ ਆ? ਗੁਰੂ ਪਿਆਰ ਵਾਲਿਓ, ਸਾਨੂੰ ਆਪਣੇ ਖਜ਼ਾਨੇ ਨੂੰ ਵਰਤਣ ਦੀ ਜਾਚ ਆਵੇ। ਸਾਡੇ ਤਾਂ ਅਮੀਰ ਵਿਰਸਾ ਇੰਨਾ ਹੈ ਕਿ ਸਾਡੇ ਸਤਿਗੁਰੂ ਪਾਤਸ਼ਾਹ ਜੀ ਕੋਲ ਜਿਹੜਾ ਸ਼ਬਦ ਆਇਆ, ਜਿਸ ਗੁਰਦੇਵ ਨੇ ਇਹ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਉਹਨਾਂ ਗੁਰਦੇਵਾਂ ਨੂੰ ਨਮਸਕਾਰ ਹੈ, ਉਹਨਾਂ ਦੇ ਮਾਤਾ ਪਿਤਾ ਨੂੰ ਨਮਸਕਾਰ ਹੈ। ਗੁਰੂ ਪਿਆਰ ਵਾਲਿਓ, ਉਸ ਕੁਲ ਨੂੰ ਨਮਸਕਾਰ ਹੈ, ਉਸ ਥਾਂ ਨੂੰ ਨਮਸਕਾਰ ਹੈ ਜਿੱਥੇ ਮੇਰਾ ਸਤਿਗੁਰੂ ਪ੍ਰਗਟ ਹੋਇਆ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰ ਰਹੇ ਨੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਪਹਿਲੇ ਬੰਦ ਵਿੱਚ ਅੱਜ ਇਹੀ ਤੇ ਸਮਝਾ ਰਹੇ ਨੇ। ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ, ਸਤਿਗੁਰ ਸੇਵ ਸੁਖ ਪਾਇਆ, ਵਿੱਚੋਂ ਗਿਆ ਗੁਮਾਨ। ਦਰ ਸੇਵਨ ਸੰਤ ਜਨ ਖੜੇ, ਪਾਇਨ ਗੁਣੀ ਨਿਦਾਨ। ਮੇਰੇ ਸਤਿਗੁਰੂ ਪਹਿਲੇ ਬੰਦ ਵਿੱਚ ਗੁਰਦੇਵ ਇਹ ਕਹਿੰਦੇ, ਉਹ ਸੱਜਣਾ, ਕਦੇ ਤੂੰ ਉਸ ਕੁੱਖ ਨੂੰ ਸਲਾਮ ਕੀਤੀ ਹੈ ਜਿਹਨੇ ਗੁਰੂ ਨਾਨਕ ਵਰਗਾ ਤੈਨੂੰ ਰਹਿਬਰ ਦਿੱਤਾ, ਗੁਰੂ ਦਿੱਤਾ ਇਸ ਦੁਨੀਆ ਵਿੱਚ? ਤੈਨੂੰ ਮਾਣ ਕਰਨਾ ਚਾਹੀਦਾ ਸੀ। ਉਹ ਤੇਰਾ ਬਾਬਾ ਉਹ ਸੀ, ਤੇਰਾ ਸਤਿਗੁਰੂ ਉਹ ਸੀ ਜਿਹੜਾ ਗੜ ਬਗਦਾਦ ਨਿਵਾਇਕ ਹੈ, ਮੱਕਾ ਮਦੀਨਾ ਸਭੇ ਨਿਭਾਇਆ। ਤੇਰਾ ਸਤਿਗੁਰੂ ਉਹ ਸੀ ਧਾਰੀ ਨਿਸ਼ਾਨੀ ਕੋਸ ਦੀ, ਮੱਕੇ ਅੰਦਰ ਪੂਜ ਕਰਾਈ। ਤੇਰਾ ਸਤਿਗੁਰੂ ਉਹ ਸੀ ਉਹ ਗੋਰਖ ਮਤੇ ਤੋਂ ਨਾਨਕ ਮਤਾ ਪ੍ਰਗਟ ਕਰ ਆਇਆ। ਤੇਰਾ ਸਤਿਗੁਰੂ ਉਹ ਸੀ ਪੂਰਬ ਨੂੰ ਪਾਣੀ ਦੇਣ ਵਾਲਿਆਂ ਨੂੰ ਸਮਝਾਇਆ, ਸੱਜਣੋ ਜਿਉਂਦਿਆਂ ਜੀ ਮਾਪਿਆਂ ਦੀ ਸੇਵਾ ਕਰੋ। ਤੇਰਾ ਸਤਿਗੁਰੂ ਉਹ ਸੀ ਜਿਹੜਾ ਕਿ ਹਰਿਦੁਆਰ ਦੀ ਧਰਤੀ ਤੇ ਭੁੱਲੇ ਹੋਏ ਸਾਧੂਆਂ ਨੂੰ ਰਸਤੇ ਪਾ ਗਿਆ। ਤੇਰਾ ਸਤਿਗੁਰੂ ਉਹ ਸੀ ਜਿਹੜਾ ਮਲਕ ਭਾਗੋ ਨੂੰ ਸਮਝਾ ਗਿਆ, ਕਾਲ ਕਾਇਕ ਛੱਤੋਂ ਦੇ ਨਾਨਕ ਰਾਹ ਪਛਾਣੇ ਸੇ। ਤੇਰਾ ਸਤਿਗੁਰੂ ਉਹ ਸੀ ਜਿਨ੍ਹਾਂ ਨੂੰ ਕਿਸੇ ਨੇ ਸੀਨੇ ਨਾਲ ਨਹੀਂ ਲਾਇਆ, ਉਹਨਾਂ ਨੂੰ ਆਪਣੀ ਛਾਤੀ ਨਾਲ ਲਾ ਕੇ ਕਹਿੰਦਾ ਸੀ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਤ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਨ ਤਿੱਥੇ ਨਦਰ ਤੇਰੀ ਬਖਸ਼ੀਸ। ਉਹ ਤੇਰਾ ਸਤਿਗੁਰੂ ਉਹ ਸੀ ਜਿਸ ਨੇ ਇਸ ਧਰਮ ਦੇ ਵਿੱਚ, ਇਸ ਲੋਕਾਂ ਦੇ ਵਿੱਚ, ਇਸ ਦੁਨੀਆ ਦੇ ਵਿੱਚ, ਇਸ ਖਾਸ ਕਰਕੇ ਹਿੰਦੁਸਤਾਨ ਵਿੱਚ ਲੋਕ ਔਰਤ ਨੂੰ ਪੈਰ ਦੀ ਜੁੱਤੀ ਕਹਿੰਦੇ ਸਨ, ਸਨਮਾਨ ਨਹੀਂ ਸੀ ਦੇ ਸਕਦੇ। ਉਹ ਭਲਿਆ ਤੇਰਾ ਸਤਿਗੁਰੂ ਉਹ ਸੀ ਜਿਹਨੇ ਵੰਗਾਰ ਕੇ ਕਿਹਾ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਤੇਰਾ ਸਤਿਗੁਰੂ ਉਹ ਸੀ ਜਿਹੜਾ ਲੋਕਾਈ ਨੂੰ ਇਹ ਸੁਨੇਹਾ ਦੇ ਕੇ ਚਲਾ ਗਿਆ, ਜੋਰਤ ਲੱਗੈ ਕੱਪੜਾ ਜਾਮਾ ਹੋਏ ਪਲੀਤ, ਜੋਰਤ ਪੀਵੇਂ ਮਾਨਸਾ ਤਿਨ ਕਿਉ ਨਿਰਮਲ ਚੀਤ। ਉਹ ਭਲਿਆ ਤੂੰ ਆਪਣੇ ਸਤਿਗੁਰੂ ਨੂੰ ਤੇ ਚੰਗੀ ਤਰ੍ਹਾਂ ਜਾਣ ਲੈਂਦਾ। ਤੇਰਾ ਸਤਿਗੁਰੂ ਕਿੱਡੇ ਮਾਣ ਵਾਲਾ ਹੈ, ਤੈਨੂੰ ਤੇ ਉਹਦੀ ਮਾਂ ਨੂੰ ਵੀ ਨਮਸਕਾਰ ਕਰਨੀ ਚਾਹੀਦੀ ਹੈ। ਧਨ ਜਨਨੀ ਜਿਨ ਜਾਇਆ। ਉਹ ਭਲਿਆ ਤੇਰੇ ਸਤਿਗੁਰੂ ਨੇ ਕਦੇ ਪੈਂਡੇ ਪੈਦਲ ਤੈਅ ਕੀਤੇ, ਕਦੇ ਘੋੜੀ ਉੱਤੇ ਸਵਾਰ ਹੋਇਆ, ਕਦੇ ਪਾਣੀਆਂ ਦੇ ਜਹਾਜ਼ ਬੈਠ ਕੇ ਸੰਗਲਾ ਦੀਪ ਦੇ ਰਾਜੇ ਨੂੰ ਤਾਰ ਆਇਆ। ਉਹ ਸੱਜਣਾ ਕਦੇ ਤੂੰ ਸੋਚਿਆ
उस गुरु तो बेमुख होके अज तू ईसाईयत नूं प्रवान करदा है। ओ भलिया ओ गुरु कदे रेत अक आहार कर रोड़ां दी गुरकरी बिछाई। ओ तेरी खातर ही आया सी कल तारन गुर नानक आया। तैनूं रत्तां शर्म नहीं आउंदी? अज सोचना ते चाहिदा है। ਉਹ ਵਿਚਾਰ ਤੇ ਘਰ ਆਪਣੇ ਬੱਚਿਆਂ ਵਿੱਚ ਬੈ ਕੇ ਘਰ ਵਿੱਚ ਤੇਰੇ ਸਤਿਗੁਰੂ ਨੇ ਤੇਰੇ ਤੇ ਪਰਉਪਕਾਰ ਕਿਉਂ ਨਹੀਂ ਕੀਤੇ? ਕਿੱਡੇ ਵੱਡੇ ਪਰਉਪਕਾਰ ਕੀਤੇ ਤੇ ਹੁਣ ਨਹੀਂ ਕਰੇਗਾ? ਉਹ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ। ਕਿਹਨੂੰ ਆਪਣੀ ਧਰਮ ਪਤਨੀ ਪਿਆਰੀ ਨਹੀਂ ਹੁੰਦੀ? ਕਿਹਨੂੰ ਆਪਣੇ ਬਜ਼ੁਰਗ ਮਾਪੇ ਪਿਆਰੇ ਨਹੀਂ ਹੁੰਦੇ? ਕਿਹਨੂੰ ਛੋਟੇ ਛੋਟੇ ਲਾਲ ਪਿਆਰੇ ਨਹੀਂ ਹੁੰਦੇ? ਕਦੇ ਬਾਬੇ ਸ੍ਰੀ ਚੰਦ ਨੇ ਲੱਤਾਂ ਨਹੀਂ ਫੜੀਆਂ ਹੋਣਗੀਆਂ ਗੁਰੂ ਨਾਨਕ ਸਾਹਿਬ ਦੀਆਂ? ਕਦੇ ਕੁੱਛੜ ਨਹੀਂ ਚੜੇ ਹੋਣਗੇ ਬਾਬਾ ਲక్ష్ਮੀ ਦਾਸ ਜੀ? ਬਾਪੂ ਕਿੱਥੇ ਚੱਲੇ ਐ? ਬਾਪੂ ਕਹਿੰਦਾ ਪੁੱਤ ਬਹੁਤ ਸਾਰੇ ਮੇਰੇ ਬੱਚੇ ਨੇ, ਉਹਨਾਂ ਨੂੰ ਸਵਾਰਨ ਚੱਲੇ ਐ, ਜਗਤ ਜਲੰਦੇ ਨੂੰ ਠਾਰਨ ਵਾਸਤੇ ਚੱਲੇ ਆ। ਮਾਂ ਤੂੰ ਫਿਕਰ ਨਾ ਕਰੀ। ਕਦੇ ਮਾਂ ਉਡੀਕਦੀ ਹੋਏਗੀ ਅੱਜ ਮੈਂ 4 ਦਿਨ ਵਾਸਤੇ ਪ੍ਰਚਾਰ ਤੇ ਜਾਵਾਂ ਤੇ ਫੋਟੋ ਖਿੱਚ ਕੇ WhatsApp ਤੇ ਭੇਜਦਾ, ਆ ਮੇਰਾ ਰੂਮ ਹੈ, ਆ ਮੈਨੂੰ ਫੈਸਿਲਿਟੀ ਮਿਲੀ ਹੈ। ਉਹ ਭਲਿਆ ਕਦੇ ਬਾਪੂ ਨੇ ਖਿੱਚ ਕੇ WhatsApp ਕੀਤਾ ਹੋਏਗਾ? ਨਹੀਂ। ਉੱਥੇ ਰੇਤ ਅੱਕ ਆਹਾਰ ਕਰ ਸੀ। ਪਤਾ ਨਹੀਂ ਕਿਨੇ ਬਿਸਤਰਾ ਦਿੱਤਾ ਵੀ ਹੋਏਗਾ ਕਿ ਨਹੀਂ ਦਿੱਤਾ ਹੋਏਗਾ। ਕਿਵੇਂ ਗੁਰਦੇਵ ਨੇ ਰਾਤਾਂ ਗੁਜ਼ਾਰੀਆਂ ਹੋਣਗੀਆਂ? ਭਲਿਆ ਇੱਕ ਨਹੀਂ, ਤੈਨੂੰ ਵਾਰੇ ਵਾਰੇ ਜਾਣਾ ਚਾਹੀਦਾ। ਧੰਨ ਗੁਰੂ ਅੰਗਦ ਸਾਹਿਬ ਤੋਂ ਉਸ ਮਾਂ ਦਇਆ ਕੌਰ ਨੂੰ, ਉਸ ਬਾਬਾ ਫੇਰੂ ਮੱਲ ਨੂੰ ਵੀ ਨਮਸਕਾਰ ਕਰ, ਜਿੱਥੇ ਮਾਂ ਤ੍ਰਿਪਤਾ ਨੂੰ ਨਮਸਕਾਰ ਹੈ, ਪਿਤਾ ਕਾਲੂ ਨੂੰ ਨਮਸਕਾਰ ਹੈ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੇ ਤੁਸੀਂ ਕਿਰਪਾ ਨਾ ਕਰਦੇ, ਸੈਂਕੜੇ ਲੋਕਾਂ ਵਾਸਤੇ, ਹਜ਼ਾਰਾਂ ਲੋਕਾਂ ਵਾਸਤੇ, ਲੱਖਾਂ ਲੋਕਾਂ ਵਾਸਤੇ ਮੰਦਰਸੇ ਬੰਦ ਸਨ। ਪਰ ਤੇਰੇ ਇੰਸਟੀਚਿਊਟ ਵਿੱਚ, ਤੇਰੇ ਗੁਰਮਤਿ ਵਿਦਿਆਲੇ ਵਿੱਚ ਜਿਹੜਾ ਸ਼ੂਦਰਾਂ ਵਾਸਤੇ ਵੀ ਦਰਵਾਜ਼ੇ ਖੁੱਲੇ ਸੀ। ਇੱਕੋ ਹੀ ਵਿਦਿਆਲਾ ਹੈ ਜਿੱਥੇ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ 4 ਵਰਨਾ ਕੋ ਸਾਂਝਾ ਹੈ। ਉਹ ਭਲਿਓ ਉਸ ਕੁੱਖ ਨੂੰ, ਉਸ ਮਾਂ ਨੂੰ ਨਮਸਕਾਰ ਨਹੀਂ। ਧੰਨ ਗੁਰੂ ਅਮਰਦਾਸ ਮਹਾਰਾਜ ਕਿ ਇੱਥੇ ਬੱਚੀਆਂ ਨੂੰ ਜਿਨ੍ਹਾਂ ਦਾ ਕੱਲ੍ਹ ਹੀ ਵਿਆਹ ਹੋਇਆ, ਮਹੀਨੇ ਵਿਆਹ ਨੂੰ ਹੋਏ, ਕੁਝ ਸਾਲ ਹੋਏ, ਉਹਨਾਂ ਨੂੰ ਸਤੀ ਪ੍ਰਥਾ ਦੇ ਨਾਂ ਤੇ ਸਾੜ ਦਿੱਤਾ ਜਾਂਦਾ ਸੀ। ਦਾਤਾ ਗੁਰੂ ਅਮਰਦਾਸ ਮਹਾਰਾਜ ਇੱਥੇ ਧਾਰਮਿਕ ਜਜ਼ੀਆ ਲੱਗਦਾ ਹੁੰਦਾ ਸੀ, ਤੂੰ ਉਹਨਾਂ ਨੂੰ ਮਾਫ ਕੀਤਾ, ਉਸ ਕੁੱਖ ਨੂੰ ਨਮਸਕਾਰ ਨਹੀਂ। ਧੰਨ ਗੁਰੂ ਰਾਮਦਾਸ ਮਹਾਰਾਜ ਉਸ ਮਾਂ ਦਇਆ ਕੌਰ ਨੂੰ ਨਮਸਕਾਰ ਨਹੀਂ, ਉਸ ਪਿਤਾ ਹਰਦਾਸ ਨੂੰ ਬਾਰ-ਬਾਰ ਨਮਸਕਾਰ ਨਹੀਂ। ਦਾਤਾ ਜਿਸ ਨੇ ਅਜਿਹਾ ਸਤਿਗੁਰੂ ਦਿੱਤਾ ਕਿ ਅੱਜ ਲੱਖਾਂ ਲੋਕ ਗੁਰੂ ਰਾਮਦਾਸ ਤੇਰੇ ਚਰਨਾਂ 'ਚ ਅਰਦਾਸ ਕਰਦੇ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਉਸ ਮਾਂ ਭਾਨੀ ਨੂੰ ਕਿਉਂ ਨਾ ਵਾਰ-ਵਾਰ ਨਮਸਕਾਰ ਕਰੀਏ ਜਿਹਨੇ ਪ੍ਰਥਕ ਹਾਰ ਧੰਨ ਗੁਰੂ ਅਰਜਨ ਸਾਹਿਬ ਨੂੰ ਸੰਸਾਰ ਵਿੱਚ ਲੈ ਕੇ ਆਂਦਾ। ਉਸ ਮਾਂ ਗੰਗਾ ਦੀ ਕੁੱਖ ਨੂੰ ਨਮਸਕਾਰ ਕਰੋ, ਉਸ ਮਾਤਾ ਨਿਹਾਲ ਕੌਰ ਦੀ ਕੁੱਖ ਨੂੰ ਨਮਸਕਾਰ ਕਰੋ ਪਿਆਰਿਓ, ਜਿਹਨੇ ਗੁਰੂ ਹਰਿਰਾਏ ਸਾਹਿਬ ਵਰਗਾ ਸਤਿਗੁਰੂ ਦਿੱਤਾ, ਜਿਹਨੇ 14 ਸਾਲ ਦੀ ਉਮਰ 'ਚ 52 ਬਾਗ ਕੀਰਤਪੁਰ ਸਾਹਿਬ 'ਚ ਲਵਾਏ, ਦਵਾਖਾਨੇ ਖੋਲੇ। ਉਸ ਮਾਂ ਕ੍ਰਿਸ਼ਨ ਕੌਰ ਦੀ ਕੁੱਖ ਨੂੰ ਨਮਸਕਾਰ ਕਰੋ, ਜਿਨ੍ਹਾਂ ਦੇ ਦਰਬਾਰ 'ਚ ਬੈਠੇ ਹੋ। ਦਾਤਾ ਜੇ ਤੂੰ ਕਿਤੇ ਦਿੱਲੀ ਵਿੱਚ ਨਾ ਆਉਂਦਾ ਤੇ ਅੱਜ ਸਾਡੇ ਮਹੱਲ ਕਿੱਥੋਂ ਬਣਨੇ ਸੀ? ਤੂੰ ਇਹਨਾਂ ਬੰਗਲਿਆਂ ਵਿੱਚ ਆ ਕੇ ਠਹਿਰਿਆ ਜਿਹੜੇ ਬੰਗਲਾ ਸਾਹਿਬ ਹੋ ਗਏ। ਦਾਤਾ ਤੈਨੂੰ ਨਮਸਕਾਰ ਹੈ। ਮਾਂ ਕ੍ਰਿਸ਼ਨ ਕੌਰ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਲ ਹੀ ਆਏ ਸਨ। ਗੁਰੂ ਪਿਆਰ ਵਾਲਿਓ, ਮਾਂ ਨਾਨਕੀ ਨੂੰ ਕਿਵੇਂ ਭੁੱਲ ਜਾਓਗੇ ਜਿਹੜੇ ਕਿ ਪਟਨਾ ਸਾਹਿਬ ਦੀ ਧਰਤੀ ਤੱਕ ਨਾਲ ਹੀ ਰਹੇ, ਆਪਣੇ ਪੁੱਤ ਦੇ ਨਾਲ ਗਏ। ਮਾਂ ਗੁਜਰੀ ਨੂੰ ਕਿਵੇਂ ਭੁੱਲ ਜਾਓਗੇ? ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਵੇਂ ਭੁੱਲ ਜਾਓਗੇ? ਗੁਰਦੇਵ ਕਹਿਣ ਲੱਗੇ ਭਾਈ ਧੰਤਾ ਜੋਗ ਆਖੋ ਉਸ ਮਾਂ ਨੂੰ, ਉਸ ਪਿਤਾ ਨੂੰ। ਉਹ ਪ੍ਰਧਾਨ ਪਿਤਾ ਸਰਬ ਸ੍ਰੇਸ਼ਟ ਹੈ, ਮਹਾਨ ਹੈ। ਸਤਿਗੁਰੂ ਦੀ ਸੇਵਾ ਕਰੋਗੇ ਨਾ ਤੇ ਸਤਿਗੁਰੂ ਦੀ ਸੇਵਾ ਕੀਤਿਆਂ ਵਿੱਚੋਂ ਗੁਮਾਨ ਚਲਾ ਜਾਏਗਾ, ਹੰਕਾਰ ਚੱਲ ਜਾਏਗਾ। ਪੰਡਿਤ ਲਾਲ ਚੰਦ ਦੀ ਸਾਖੀ ਤੁਹਾਡੇ ਸਾਹਮਣੇ ਹੈ। ਪੰਜੋਖਰੇ ਦੇ ਵਿੱਚ ਪਹਿਲਾਂ ਤਾਂ ਔਕੜਦਾ ਰਿਹਾ, ਜਦੋਂ ਗੁਰਦੇਵ ਨੇ ਉਪਦੇਸ਼ ਦਿੱਤਾ, ਛੱਜੂ ਝੀਵਰ ਤੇ ਕਿਰਪਾ ਕੀਤੀ, ਫਿਰ ਉਹੀਓ ਪੰਡਿਤ ਗੁਰਦੇਵ ਦੇ ਚਰਨਾਂ 'ਚ ਆਪਣਾ ਹੰਕਾਰ ਤਿਆਗ ਕੇ ਤੇ ਸਤਿਗੁਰੂ ਦੀ ਸਿੱਖੀ ਧਾਰਨ ਕਰਦਾ ਹੈ। ਗੁਰਦੇਵ ਪਾਤਸ਼ਾਹ ਕਹਿਣ ਲੱਗੇ ਜਿਹੜੇ ਸਤਿਗੁਰੂ ਦੇ ਦਰ ਤੇ ਸੁਚੇਤ ਹੋ ਕੇ, ਮੇਰੇ ਮਾਲਕ ਦੇ ਦਰ ਤੇ ਖੜ ਕੇ ਜਿਹੜਾ ਹੈ ਉਹ ਸੇਵਾ ਕਰਦੇ ਨੇ ਨਾ, ਉਹ ਗੁਣੀ ਨਿਧਾਨ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਨੇ। ਇਸ ਕਰਕੇ ਮੇਰੇ ਮਾਲਕ ਕਹਿੰਦੇ ਸੱਜਣਾ ਤੂੰ ਵੀ ਗੁਰੂ ਦੀ ਸੇਵਾ ਵਿੱਚ ਲੱਗ ਜਾ। ਗੁਰੂ ਦੀ ਸੇਵਾ
ਗੁਰੂ ਦੀ ਸੇਵਾ ਕੀ ਹੈ? ਅੱਜ ਸਤਿਗੁਰੂ ਦੇ ਰੂਪ ਵਿੱਚ ਨਹੀਂ, ਅੱਜ ਸ਼ਬਦ ਰੂਪ ਵਿੱਚ ਹੈ। ਗੁਰੂ ਦੀ ਸੇਵਾ ਹੈ। ਅੱਜ ਤੋਂ ਬਾਅਦ ਪ੍ਰਣ ਕਰ ਲਈਏ ਵੀ ਸਤਿਗੁਰੂ ਤੇਰੀ ਬਾਣੀ ਦਾ ਅਸੀਂ ਪ੍ਰਚਾਰ ਕਰਾਂਗੇ, ਜਿੰਨਾ ਵੀ ਸਾਹਿਤ ਲਿਟਰੇਚਰ ਹੈ ਉਹਨੂੰ ਘਰ ਘਰ ਵੰਡਾਂਗੇ। ਦਾਤਾ ਤੇਰੀ ਸਿੱਖੀ ਦੀਆਂ ਇੰਨੀਆਂ ਰਹਿਮਤਾਂ ਨੇ ਸਾਡੇ ਉੱਤੇ, ਬੜਾ ਕੁਝ ਹੈ। ਅਸੀਂ ਆਪਣੀਆਂ ਫੈਕਟਰੀਆਂ ਦਾ ਪ੍ਰਚਾਰ ਕਰ ਲਿਆ, ਕਾਰੋਬਾਰ ਦਾ ਪ੍ਰਚਾਰ ਕਰ ਲਿਆ, ਹੁਣ ਤੇਰੀ ਸਿੱਖੀ ਦੇ ਪ੍ਰਚਾਰ ਵਿੱਚ ਜੁਟਾਂਗੇ। ਜੇ ਤੂੰ ਮੋਦੀ ਖਾਨੇ ਤੇ ਬਹਿ ਕੇ ਕਿਰਤ ਕਰ ਸਕਦੇ ਤੇ ਸਿੱਖੀ ਦਾ ਪ੍ਰਚਾਰ ਕਰ ਸਕਦੇ ਤੇ ਦਾਤਾ ਅਸੀਂ ਵੀ ਆਪਣੀਆਂ ਦੁਕਾਨਾਂ ਤੇ ਬਹਿ ਕੇ ਸਿੱਖੀ ਦਾ ਲਿਟਰੇਚਰ ਰੱਖਾਂਗੇ। ਹਰ ਦੁਕਾਨ ਤੇ ਲਿਟਰੇਚਰ ਜਿਹੜਾ ਹੈ ਪਿਆ ਹੋਵੇ ਸਿੱਖਾਂ ਦੀ, ਤਾਂ ਕਿ ਕੋਈ ਵੀ ਜਾਏ ਉਹਦੇ ਹੱਥ 'ਚ ਗੁਰੂ ਨਾਨਕ ਦੀ ਜੀਵਨੀ ਫੜਾ ਦਿਓ, ਧੰਨ ਗੁਰੂ ਗੋਬਿੰਦ ਸਿੰਘ ਦੀ ਜੀਵਨੀ ਫੜਾ ਦਿਓ। ਗੁਰਦੇਵ ਪਾਤਸ਼ਾਹ ਕਹਿਣ ਲੱਗੇ, ਭਾਈ ਗੁਰੂ ਦੀ ਕਿਰਪਾ ਹੋਵੇਗੀ ਨਾ, ਰਹਿਮਤ ਹੁੰਦੀ ਹੈ ਤੇ ਦੇਖਣਾ ਕਰ ਕਿਰਪਾ ਘਰ ਆਇਆ, ਆਪੇ ਮਿਲਿਆ ਆਏ। ਗੁਰੂ ਕਿਰਪਾ ਕਰੇਗਾ, ਰਹਿਮਤ ਬਖਸ਼ਿਸ਼ ਹੋਏਗੀ। ਜਿਸ ਦਿਨ ਗੁਰੂ ਵਾਲੇ ਬਣ ਕੇ ਤੁਰਾਂਗੇ ਨਾ, ਉਸ ਦਿਨ ਪਰਮੇਸ਼ਰ ਵੀ ਆਣ ਕੇ ਮਿਲੇਗਾ। ਸਤਿਗੁਰੂ ਤਾਂ ਮਿਲਦੇ ਹੀ ਨੇ ਨਾ, ਚਰਨ ਸ਼ਰਨ ਗੁਰ ਏਕ ਪੈਂਡਾ, ਜਾਏ ਚੱਲ ਸਤਿਗੁਰ ਕੋਟ ਪੈਂਡਾ, ਆਗੇ ਹੋਏ ਲੇਤਾ। ਉਸ ਦਿਨ ਰੱਬ ਵੀ ਮਿਲੇਗਾ। ਪਾਤਸ਼ਾਹ ਕਹਿੰਦੇ ਨੇ, ਗੁਰ ਸ਼ਬਦੀ ਸਾਲਾਹੀ ਹੈ, ਰੰਗੇ ਸਹਿਜ ਸੁਭਾਏ। ਭਾਈ ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ ਦੀ ਸਿਫਤ ਸਲਾਹ ਕਰੋ, ਉਸ ਪਰਮੇਸ਼ਰ ਦੇ ਪਿਆਰ ਵਿੱਚ ਰੰਗ ਜਾਈਏ, ਉਸ ਪਰਮੇਸ਼ਰ ਦੇ ਪਿਆਰ ਵਿੱਚ ਰੰਗੇ ਜਾਈਏ, ਜੁਟ ਜਾਈਏ, ਸਹਿਜ ਅਵਸਥਾ ਪ੍ਰਾਪਤ ਹੋਏਗੀ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਸੱਚੈ ਸੱਚ ਸਮਾਇਆ, ਮਿਲ ਰਹਿ ਨ ਵਿਛੜ ਜਾਏ। ਜੋ ਹੀ ਸਦਾ ਤੇ ਰਹਿਣ ਵਾਲੇ ਪਰਮਾਤਮਾ ਵਿੱਚ ਤੁਹਾਡਾ ਮਿਲਾਪ ਹੋ ਜਾਏਗਾ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਫਿਰ ਵਿਛੋੜਾ ਨਹੀਂ ਹੋਏਗਾ, ਫਿਰ ਵਿਛੋੜਾ ਨਹੀਂ ਹੋਏਗਾ। ਕਿਉਂਕਿ ਅਰਦਾਸ ਹੀ ਇਹ ਕੀਤੀ ਹੈ, ਮੇਰੇ ਮਾਲਕਾ ਬਹੁਤ ਜਨਮ ਕੇ ਵਿਛੜੇ ਮਾਂਦੋ। ਇਹ ਜਨਮ ਤੁਮਹਾਰੇ ਲੇਕੇ ਮੇਰੇ ਮਾਲਕਾ ਕਈਆਂ ਜਨਮਾਂ ਦੇ ਵਿਛੜੇ ਸੀ, ਹੁਣ ਸਮਝ ਆ ਗਈ ਹੈ ਗੁਰੂ ਸ਼ਬਦ ਰਾਹੀਂ, ਸੋਝੀ ਆ ਗਈ ਦਾਤਾ, ਹੁਣ ਵਿਛੜੀਏ ਨਾ। ਇਹ ਸਮਝ ਆ ਜਾਂਦੀ ਹੈ ਗੁਰੂ ਸ਼ਬਦ ਰਾਹੀਂ। ਫਿਰ ਜੀਵ ਕੀ ਆਖਦਾ ਹੈ, ਜੋ ਕਿਛ ਕਰਨਾ ਸੋ ਕਰ ਰਹਿਆ, ਅਵਰ ਨ ਕਰਨਾ ਜਾਏ। ਜੋ ਕੁਝ ਕਰਦਾ ਉਹ ਰੱਬ ਹੀ ਕਰਦਾ, ਹੋਰ ਕੁਝ ਕੀਤਾ ਵੀ ਨਹੀਂ ਜਾ ਸਕਦਾ, ਹੋਰ ਕੋਈ ਸਮਰੱਥਾ ਵੀ ਨਹੀਂ ਰੱਖਦਾ, ਕੇਵਲ ਰੱਬ ਹੀ ਕਰਨ ਯੋਗ ਹੈ। ਪਾਤਸ਼ਾਹ ਕਹਿੰਦੇ ਨੇ, ਚਿਰੀ ਵਿਛੁੰਨੇ ਮੇਲੀਆਂ, ਸਤਿਗੁਰ ਪੰਨੈ ਪਾਏ। ਬਹੁਤ ਜਨਮ ਵਿਛੜੇ ਥੇ ਮਾਦੋ, ਚਿਰਾਂ ਦੇ ਵਿਛੜੇ ਹੋਏ ਸਾਂ, ਮੇਰੇ ਮਾਲਕ ਗੁਰੂ ਨੇ ਕਿਰਪਾ ਕੀਤੀ, ਪਰਮੇਸ਼ਰ ਨੇ ਕਿਰਪਾ ਕੀਤੀ, ਆਪਣੇ ਲੜ ਲਾ ਲਿਆ। ਤੇ ਸਤਿਗੁਰੂ ਪਾਤਸ਼ਾਹ ਨੇ ਜਦੋਂ ਕਿਰਪਾ ਕੀਤੀ, ਜਦੋਂ ਅਸੀਂ ਗੁਰੂ ਦੇ ਲੜ ਲੱਗੇ ਨਾ, ਫਿਰ ਵਿਛੋੜਾ ਨਹੀਂ ਹੋਏਗਾ। ਕਿਉਂਕਿ ਗੁਰੂ ਹੀ ਮਿਲਾਉਣ ਵਾਲਾ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਗੁਰਦੇਵ ਕਹਿਣ ਲੱਗੇ, ਆਪੇ ਕਾਰ ਕਰਾਏ ਸੀ, ਅਵਰ ਨ ਕਰਨਾ ਜਾਏ। ਉਹ ਪਰਮਾਤਮਾ ਆਪੇ ਹੀ ਕਾਰ ਕਰਵਾਉਂਦਾ ਹੈ ਜੀਵਾਂ ਪਾਸੋਂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਹੋਰ ਕੋਈ ਨਹੀਂ ਕਰ ਸਕਦਾ। ਸਾਨੂੰ ਤਾਂ ਇੱਕ ਗੱਲ ਸਿਖਾਈ ਗਈ ਕਿ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਜੋ ਤੁਧ ਭਾਵੈ ਸਾਈ ਭਲੀ ਕਾਰ। ਜੋ ਉਹ ਕਾਰ ਕਰਾ ਰਿਹਾ ਉਂਝ ਕਰੀ ਜਾਓ। ਸਤਿਗੁਰੂ ਪਾਤਸ਼ਾਹ ਜੀ ਚੌਥੇ ਬੰਦ ਵਿੱਚ ਆਖਦੇ ਨੇ, ਮਨ ਤਨ ਰਤਾ ਰੰਗ ਸਿਉ, ਹੋਮੇ ਤਜ ਵਿਕਾਰ। ਹੇ ਭਾਈ, ਜਿਸ ਦਿਨ ਤੂੰ ਹਉਮੈ ਨੂੰ ਤਿਆਗ ਦਿੱਤਾ, ਗੁਰੂ ਪਾਸੋਂ ਸਿੱਖਿਆ ਮਿਲ ਗਈ, ਗੁਰੂ ਦੀ ਸੇਵਾ ਕੀਤੀ, ਹਉਮੈ ਤਿਆਗ ਦਿੱਤੀ, ਹਉਮੈ ਦਾ ਵਿਕਾਰ ਤਿਆਗ ਦਿੱਤਾ ਨਾ, ਤਾਂ ਤੇਰਾ ਇਹ ਮਨ, ਤੇਰਾ ਇਹ ਤਨ ਪਰਮੇਸ਼ਰ ਦੇ ਪਿਆਰੇ ਰੰਗ ਵਿੱਚ ਰੰਗਿਆ ਜਾਏਗਾ। ਤੇ ਸਤਿਗੁਰੂ ਕਹਿਣਗੇ, ਫਿਰ ਵੇਖਣਾ, ਅਹਨਿਸ ਹਿਰਦੈ ਰਵ ਰਹਿ, ਨਿਰਭਉ ਨਾਮ ਨਿਰੰਕਾਰ। ਜਿਸ ਤਰ੍ਹਾਂ ਹੀ ਹਉਮੈ ਦਾ ਤਿਆਗ ਹੋਇਆ, ਸਤਿਗੁਰੂ ਕਹਿਣਗੇ, ਉਹ ਨਿਰਾਕਾਰ ਪ੍ਰਭੂ ਪਰਮੇਸ਼ਵਰ ਨੇ ਕਿਰਪਾ ਕੀਤੀ। ਕਹਿਣਗੇ, ਉਹਦਾ ਭਉ ਰਹਿਤ ਨਾਮ ਜਿਹੜਾ ਹੈ ਉਹ ਤੇਰੇ ਹਿਰਦੇ ਵਿੱਚ ਵਸ ਜਾਏਗਾ। ਤੇ ਗੁਰਦੇਵ ਫਿਰ ਅਖੀਰਲੀਆਂ ਪੰਕਤੀਆਂ 'ਚ ਬਖਸ਼ਿਸ਼ ਕਰਦੇ ਨੇ, ਨਾਨਕ ਆਪ ਮਿਲਾਇਨ ਪੂਰੇ ਸ਼ਬਦ ਅਪਾਰ। ਸਤਿਗੁਰੂ ਕਹਿਣਗੇ, ਹੇ ਨਾਨਕ, ਉਹ ਮਾਲਕ ਫਿਰ ਕਿਰਪਾ ਕਰਦਾ ਗੁਰੂ ਸ਼ਬਦ ਦੇ ਰਾਹੀਂ, ਅਪਾਰ ਪ੍ਰਭੂ ਨੂੰ ਮਿਲਾ ਦਿੰਦਾ ਹੈ। ਜਿਸ ਉੱਤੇ ਗੁਰੂ ਸ਼ਬਦ ਦੀ ਕਿਰਪਾ ਹੋ ਗਈ,
ਉਸ ਨੂੰ ਪਰਮੇਸ਼ਰ ਮਿਲ ਜਾਂਦਾ ਹੈ। ਗੁਰੂ ਸ਼ਬਦ ਦੀ ਕਿਰਪਾ ਹੋਣੀ ਬਹੁਤ ਜ਼ਰੂਰੀ ਹੈ। ਸ਼ਬਦ ਦੀ ਕਿਰਪਾ ਗੁਰੂ ਪਿਆਰ ਵਾਲਿਓ ਉਦੋਂ ਹੀ ਹੋਏਗੀ ਜਦੋਂ ਸ਼ਬਦ ਨੂੰ ਪੜਾਂਗੇ, ਸ਼ਬਦ ਨੂੰ ਗਾਵਾਂਗੇ, ਸ਼ਬਦ ਬਾਣੀ ਦਾ ਆਧਾਰ ਬਣੇ, ਗੁਰਬਾਣੀ ਆਧਾਰ ਬਣੇ। ਅਸੀਂ ਮਾਣ ਨਾਲ ਕਹੀਏ ਜੋ ਬਾਬੇ ਅਮਰਦਾਸ ਨੇ ਸੁਨੇਹਾ ਦਿੱਤਾ ਨਾ, ਜਿਵੇਂ ਸ਼ਬਦ ਵਿੱਚ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਅਸੀਂ ਬਾਣੀ ਬਾਣੇ ਦੇ ਧਾਰਨੀ ਹੋਈਏ, ਅੰਮ੍ਰਿਤ ਛਕੀਏ, ਲੋਕ ਸੁਖੀਏ, ਪਰਲੋਕ ਸਵੇਲੇ ਨਾਨਕ ਹਰ ਪ੍ਰਭ ਆਪੇ ਮਿਲੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਧਰਮ ਪ੍ਰਚਾਰ ਕਮੇਟੀ ਦਾ ਤਹਿ ਦਿਲੋਂ ਧੰਨਵਾਦ। ਖਾਸ ਧੰਨਵਾਦ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾ, ਜਿਹੜੇ ਅਥਾਹ ਪਿਆਰ ਬਖਸ਼ਿਸ਼ ਕਰਦੇ। ਆਪ ਰੱਬ ਵਰਗੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਕੋਟਾਨ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ। ਮੇਰੀਆਂ ਭੁੱਲਾਂ ਖਿਮਾ ਕਰਕੇ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।